मैं ਅੱਜ ਜਿਹੜਾ ਟੌਪਿਕ ਕਰਵਾਉਣ ਜਾ ਰਿਹਾ ਹੈਗਾ that is related to communication process communication ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਆ ਉਹ ਬਹੁਤ ਡਿਟੇਲਡ ਹੈ ਪਰ ਮੈਂ ਜਿਹੜਾ ਤੁਹਾਨੂੰ ਦੱਸ ਦਵਾਂ ਕਿ what are the models of communication, what are the different communication networks, what is the process, what are the principles, and how we could improve our communication and what are the benefits of it. ਤਾਂ ਇਹ ਸਾਰਾ ਸਾਡਾ ਟੌਪਿਕ ਹੈ, ਇਸ ਨੂੰ ਅਸੀਂ ਡਿਟੇਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅਸੀਂ ਲੈਟ ਅਸ ਸਟਾਰਟ ਵਿਦ what I mean by meaning ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦਾ seek first to understand then to be understood। ਕਹਿੰਦਾ ਪਹਿਲਾਂ ਇਹ ਜਾਣੋ ਕਿ ਸਮਝ ਕਿਵੇਂ ਪੈਦਾ ਹੁੰਦੀ ਹੈ ਤਾਂ ਹੀ ਸਮਝ ਆਏਗੀ। ਤਾਂ ਸਮਝ ਪੈਦਾ ਕਰਨ ਵਾਸਤੇ ਸਾਨੂੰ ਕਰਨਾ ਕੀ ਪਏਗਾ, ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਡੈਰੀਵੇਟਿਵ ਮੀਨਿੰਗ ਜਦੋਂ ਅਸੀਂ ਕਹਿੰਦੇ ਆ ਤਾਂ ਦੋ ਵਰਡ ਨੇ ਕਮਿਊਨੀਕੇਸ਼ਨ, ਜਿਹੜਾ ਕਮਿਊਨੀਕੇਸ਼ਨ ਵਰਡ ਹੈ ਦੋ ਗ੍ਰੀਕ ਤੇ ਲੈਟਿਨ ਸੇਮ ਸਿਮਿਲਰ ਵਰਡ ਹੈ ਕਮਿਊਨਿਜ਼। ਕਮਿਊਨਿਜ਼ ਅਸਲ ਚ ਕਮਿਊਨਿਜ਼ਮ ਜੇ ਤੁਸੀਂ ਸਮਝਦੇ ਹੋ, ਤੁਹਾਡੇ ਜੇ ਕਿਸੇ ਨੇ ਪੋਲੀਟੀਕਲ ਚ ਕੋਈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਡੂ ਯੂ ਹੈਵ ਐਨੀ ਬੈਕਗ੍ਰਾਉਂਡ ਵਿਦ ਪੋਲੀਟੀਕਲ ਸਾਇੰਸ ਕਿ ਨਹੀਂ? ਕਰਦੇ ਹਾਂ ਕਿ ਕਮਿਊਨ ਜਿਹੜਾ ਹੈ ਇਟ ਇਜ਼ ਮੇਕਿੰਗ ਸਮਥਿੰਗ ਕਾਮਨ ਵਿਦ ਅਦਰਸ। ਤਾਂ ਇੱਥੇ ਜਿਹੜਾ ਹੈ ਸਾਡਾ ਬੜਾ ਲਿਮਟਿਡ ਕੰਸਰਨ ਹੈ, ਭਾਵੇਂ ਅਸੀਂ ਅਡੋਪਟ ਸਮਾਜਵਾਦ ਤੋਂ ਕੀਤਾ ਸ਼ਬਦ, ਸਾਡਾ ਇੱਥੇ ਜਿਹੜਾ ਕੰਸਰਨ ਹੈ ਇਟ ਇਜ਼ ਓਨਲੀ ਰਿਲੇਟਡ ਟੂ ਮੇਕਿੰਗ common our idea, our thought, our opinions, our philosophy with please। ठीक है, ਤਾਂ ਅਸੀਂ ਦੂਸਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਆਪਣੇ ਵਿਚਾਰ, ਆਪਣੇ ਆਈਡੀਆਜ਼ ਔਰ ਆਪਣਾ ਜਿਹੜਾ ਹੈ ਥਾਟ। ਤਾਂ ਉਹਦੇ ਲਈ ਸਾਨੂੰ ਜਿਹੜਾ ਵਰਡ ਅਸੀਂ ਯੂਜ਼ ਕਰਦੇ ਹਾਂ ਮੇਕਿੰਗ that is communication। ਇਸ ਨੂੰ ਅਸੀਂ ਹੋਰ ਥੋੜਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। according to D. Brello, ਉਹ ਕਹਿੰਦੇ ਆ communication is a process of interaction of ideas between the communicator and the receiver to arrive at the common understanding for mutual beliefs। ਜਿਸ particular ਚੀਜ਼ ਨੂੰ ਲੈ ਕੇ ਉਹ ਲੋਕ ਕੁਝ ਕੋਮਨ ਕਰਨਾ ਚਾਹੁੰਦੇ ਆ, ਉਹਦੇ ਬਾਰੇ ਚ ਉਹਨਾਂ ਦੀ ਜੇ ਕੋਮਨ ਸਮਝ ਬਣ ਜਾਵੇ, ਅਸੀਂ ਉਸ ਚੀਜ਼ ਲਈ ਜਿਹੜਾ ਪ੍ਰੋਸੈਸ ਅਡਾਪਟ ਕਰਦੇ ਆ ਇੰਟਰੈਕਸ਼ਨ ਦਾ, ਉਸ ਨੂੰ ਅਸੀਂ ਕਮਿਊਨੀਕੇਸ਼ਨ ਆਖਦੇ ਆ। ਕਮਿਊਨੀਕੇਸ਼ਨ ਜਿਹੜਾ ਹੈ ਜੋ ਵਿਚਾਰ ਪ੍ਰਦਾਨ ਕਰ ਰਿਹਾ ਤੇ ਜੋ ਵਿਚਾਰ ਰਿਸੀਵ ਕਰ ਰਿਹਾ, ਉਹਨਾਂ ਦੇ ਵਿਚਕਾਰ ਇੱਕ ਸਾਂਝੀ ਸਮਝ ਪੈਦਾ ਕਰਨ ਦਾ ਜ਼ਰੀਆ ਹੈ। ਇਟ ਇਜ਼ ਅ ਮੀਨ, ਇਟ ਇਜ਼ ਅ ਵੈਪਨ, ਇਟ ਇਜ਼ ਅ ਟੂਲ, ਇਟ ਇਜ਼ ਅ ਮੀਡੀਆ। ਮਤਲਬ ਇਹ ਕਿਸ ਤਰ੍ਹਾਂ ਦਾ ਮਾਧਿਅਮ ਹੈ ਜਿਹਦੇ ਵਿੱਚ ਅਸੀਂ ਆਪਣੇ ਵਿਚਾਰ ਜਦੋਂ ਦੂਸਰੇ ਨੂੰ ਦੱਸਦੇ ਹਾਂ ਤਾਂ ਅਸੀਂ ਕੋਈ ਮਾਧਿਅਮ ਚੁਣਦੇ ਹਾਂ ਔਰ ਉਹ ਮਾਧਿਅਮ ਦੇ ਥਰੂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਦੋਵਾਂ ਦੇ ਵਿਚਾਰਾਂ 'ਚ ਸਾਂਝ ਹੋ ਜਾਵੇ ਤੇ ਅਸੀਂ ਐਗਰੀ ਕਰ ਜਾਈਏ ਕਿਸੇ ਪੁਆਇੰਟ ਦੇ ਉੱਪਰ। ਔਰ ਉਸ ਦੇ ਲਈ ਅਸੀਂ ਜਿਹੜਾ ਮੀਡੀਆ ਚੁਣਦੇ ਹਾਂ, ਜਿਵੇਂ ਅਸੀਂ ਅੱਜ ਹੁਣ ਆਨਲਾਈਨ ਮੀਡੀਆ ਦੀ ਗੱਲ ਕਰ ਰਹੇ ਹਾਂ, ਕਦੇ ਅਸੀਂ ਡਾਇਰੈਕਟ ਫੇਸ ਟੂ ਫੇਸ ਦੀ ਗੱਲ ਕਰਦੇ ਹਾਂ, ਕਦੇ ਤੁਸੀਂ ਸਿਰਫ ਮੇਰੇ ਨੋਟਸ ਹੀ ਪੜ੍ਹ ਰਹੇ ਹੋਵੋਗੇ ਔਰ ਮੈਂ ਨੋਟਸ ਇਸ ਕਰਕੇ ਲਿਖਿਆ ਕਿ ਜਿਹੜੇ ਆਈਡੀਆ ਤੇ ਮੈਂ ਗੱਲ ਰੱਖ ਰਿਹਾ ਹਾਂ ਤੇ ਉਹ ਸਟੂਡੈਂਟ ਉਸ ਨੂੰ ਸਮਝ ਲੈਣ, ਤਾਂ ਉਹ ਰਿਟਰਨ ਹੋ ਗਿਆ। ਕਦੇ ਹੋਏਗਾ ਕਿ ਤੁਸੀਂ ਮੇਰੀ ਸਿਰਫ ਵਾਇਸ ਹੀ ਸੁਣ ਰਹੇ ਹੋਵੋਗੇ, ਆਡੀਓ ਹੋਏਗਾ, ਤਾਂ ਅਸੀਂ ਉਸ ਨੂੰ ਆਡੀਓ ਮੀਡੀਆ ਕਹਿੰਦੇ ਹਾਂ। ਤਾਂ ਕਮਿਊਨੀਕੇਸ਼ਨ ਨੂੰ ਅਸੀਂ ਇਸ ਤਰ੍ਹਾਂ ਸਮਝਦੇ ਹਾਂ। ਮੀਨਿੰਗ ਕਲੀਅਰ ਹੋ ਗਿਆ ਹੋਏਗਾ, ਇਹਦਾ ਰੀਜ਼ਨ ਕਲੀਅਰ ਹੋ ਗਿਆ ਹੋਏਗਾ। ਹੁਣ ਅਸੀਂ ਥੋੜਾ ਜਿਹਾ ਇਸ ਦੀ ਜਨਰਲ ਗੱਲਬਾਤ ਕਰ ਲੈਂਦੇ ਹਾਂ। ਅਸਲ 'ਚ ਜਿਹੜਾ ਹੈਗਾ ਇਹ ਸ਼ਬਦ, ਜੇ ਅਸੀਂ ਇਸ ਨੂੰ ਥੋੜਾ ਜਿਹਾ ਲਿਟਰੇਰੀ ਜਾਂ ਥੋੜਾ ਜਿਹਾ ਇੰਟੈਲੈਕਚੁਅਲ ਵੇ ਦੇ ਵਿੱਚ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਕਮਿਊਨੀਕੇਸ਼ਨ ਇਜ਼ ਐਨ ਆਰਟ of transmitting the information, idea, attitudes from one person to another, and communication is a meaningful interaction among the human being। ਅਸੀਂ ਕਹਿੰਦੇ ਹਾਂ ਕਿ ਸਾਡਾ ਇੱਕ ਇਸ ਤਰ੍ਹਾਂ ਦੀ ਕਲਾ ਹੈ ਜੋ ਲੋਕ ਅੱਛਾ ਕਮਿਊਨੀਕੇਟ ਕਰ ਸਕਦੇ ਆ, who are the good communicators, ਉਹ ਵੇਚਣ ਵਾਲੇ ਤੋਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕਰ ਲੈਂਦੇ ਆ। ਠੀਕ ਹੈ, ਜੇਕਰ ਤੁਹਾਨੂੰ ਆਪਣਾ ਆਈਡੀਆ ਲੋਕਾਂ ਕੋਲ ਰੱਖਣਾ ਆਉਂਦਾ, ਤੁਹਾਡਾ ਉਹਨਾਂ ਨੂੰ ਸਮਝਣ ਦਾ ਐਟੀਟਿਊਡ ਜਿਹੜਾ ਹੈ ਉਹ ਕਲੀਅਰ ਹੈ, ਤੇ ਜੇ ਤੁਹਾਡੇ ਕੋਲ ਆਰਟ ਹੈ ਗੱਲ ਕਰਨ ਦੀ, ਜੇ ਤੁਹਾਡੇ ਕੋਲ ਉਹ ਟਰਾਂਸਮਿਟ ਕਰਨ ਦੀ ਇਨਫੋਰਮੇਸ਼ਨ ਇੱਕ ਹੁਨਰ ਹੈ, ਤਾਂ ਫਿਰ ਤੁਸੀਂ ਇੱਕ ਅੱਛੇ ਕਮਿਊਨੀਕੇਟਰ ਹੋ ਸਕਦੇ ਹੋ। ਔਰ ਤੁਸੀਂ ਜਦੋਂ ਕਮਿਊਨੀਕੇਟ ਕਰਦੇ ਹੋ
ਉਦੋਂ ਅਸੀਂ ਕੋਈ ਮੀਨਿੰਗਫੁਲ ਥਾਟ ਜਿਹੜਾ ਹੈ ਉਸ ਤੇ ਗੱਲਬਾਤ ਕਰ ਰਹੇ ਹੁੰਦੇ ਹਾਂ, ਇੰਟਰੈਕਸ਼ਨ ਕਰ ਰਹੇ ਹੁੰਦੇ ਹਾਂ। ਤਾਂ ਵਿਹਲੇ ਬੈਠ ਕੇ ਗੌਸ਼ਿਪ ਕਰਨੀ, ਜਬਲੀਆਂ ਮਾਰਨੀਆਂ, ਉਸ ਨੂੰ ਅਸੀਂ ਕਮਿਊਨੀਕੇਸ਼ਨ ਨਹੀਂ ਕਹਿੰਦੇ। ਉਹ ਸਾਡੀ ਨਾਰਮਲ ਕਾਮਨ ਡੇ ਟੂ ਡੇ ਟਾਕ ਹੋਏਗੀ। ਪਰ ਜਦੋਂ ਅਸੀਂ ਕਮਿਊਨੀਕੇਟ ਕਰਨ ਦਾ ਵਰਡ ਯੂਜ਼ ਕਰਦੇ ਹਾਂ ਕਮਿਊਨੀਕੇਸ਼ਨ, ਤਾਂ ਉਹਦਾ ਮਤਲਬ ਹੈ ਵੀ ਆਰ ਕੰਸਰਨਡ ਅਬਾਊਟ ਅਚੀਵਿੰਗ ਅ ਪਾਰਟਿਕੂਲਰ ਟਾਰਗੇਟ ਏਮ ਔਰ ਅਚੀਵਿੰਗ ਅੰਡਰਸਟੈਂਡਿੰਗ ਅਬਾਊਟ ਅ ਪਾਰਟਿਕੂਲਰ ਕਨਸੈਪਟ। ਤਾਂ ਇਸ ਨੂੰ ਜਦੋਂ ਅਸੀਂ ਸੈਂਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਮਿਊਨੀਕੇਸ਼ਨ ਕਾਮਨ ਨਾਲੋਂ ਡਿਫਰੈਂਟ ਕਿਵੇਂ ਹੋ ਜਾਂਦੀ ਹੈ। ਕਾਮਨ ਨਾਲੋਂ ਇਸ ਤਰ੍ਹਾਂ ਡਿਫਰੈਂਟ ਹੋ ਜਾਂਦੀ ਹੈ ਕਿ ਇੱਕ ਤਾਂ ਇਹ ਪਰਸਨਲ ਪ੍ਰੋਸੈਸ ਹੈ। ਲੋਕਾਂ 'ਚ ਜੇ ਐਗਰੀ ਕਰਦੇ ਆ ਜਾਂ ਲੋਕਾਂ 'ਚ ਜੇ ਨੀਡ ਫੀਲ ਹੁੰਦੀ ਹੈ ਤਾਂ ਉਹ ਕਮਿਊਨੀਕੇਟ ਕਰਦੇ ਆ। ਜਿਵੇਂ ਮੰਨ ਲਓ ਕਿ ਤੁਸੀਂ ਸ਼ਾਮ ਨੂੰ ਕਿਸੇ ਫਰੈਂਡ ਨਾਲ ਗੱਲ ਕਰਦੇ ਹੋ ਫੋਨ ਤੇ, ਤਾਂ ਯੂ ਬੋਥ ਆਰ ਐਗਰੀ ਵਿਦ ਔਰ ਯੂ ਹੈਵ ਅਰਜ ਟੂ ਟਾਕ, ਜਾਂ ਤੁਹਾਨੂੰ ਲੱਗਦਾ ਮੈਨੂੰ ਜ਼ਰੂਰਤ ਹੈ ਉਹਦੇ ਨਾਲ ਇਸ ਪਰਟੀਕੁਲਰ ਇਸ਼ੂ ਤੇ ਮੈਂ ਗੱਲ ਕਰਾਂ। ਪ੍ਰਿਯੰਕਾ ਜਿਵੇਂ ਅਪਲੋਡ ਨਹੀਂ ਕਰ ਪਾ ਰਹੀ ਅਸਾਈਨਮੈਂਟ, ਤਾਂ ਹੁਣ ਇਹ ਸ਼ਾਮ ਨੂੰ ਅੱਜ ਵਨੀਤਾ ਨੂੰ ਜਾਂ ਰਵਿੰਦਰ ਨੂੰ ਫੋਨ ਕਰੇਗੀ, ਤਾਂ ਇਹਦਾ ਮਤਲਬ ਹੈ ਸ਼ੀ ਹੈਜ਼ ਦ ਅਰਜ ਆਫ, ਤਾਂ ਇਸ ਨੂੰ ਜ਼ਰੂਰਤ ਹੈ ਇਸ ਕਰਕੇ ਉਹ ਕਮਿਊਨੀਕੇਟ ਕਰਦੇ ਆ। ਪਰਸਨਲ ਹੈ, ਇਹਦੇ ਵਿੱਚ ਕੋਈ ਇੰਟਰਫੀਅਰੈਂਸ ਨਹੀਂ ਹੈ, ਕਿਸੇ ਦੇ ਪ੍ਰੈਸ਼ਰ ਅੰਡਰ ਨਹੀਂ ਕਰ ਰਹੇ। ਬਿਟਵੀਨ ਦ ਪੀਪਲ, ਲੋਕਾਂ ਦੇ ਵਿਚਕਾਰ ਹੁੰਦੀ ਹੈ। ਇਟ ਇਜ਼ ਨਾਟ ਅ ਵਨ ਵੇ ਔਰ ਸਿੰਗਲ ਵੇ, ਇਟ ਇਜ਼ ਨਾਟ ਪੋਸੀਬਲ ਇਨ ਆਈਸੋਲੇਸ਼ਨ। ਇੱਕ ਵਿਅਕਤੀ ਕਮਿਊਨੀਕੇਟ ਨਹੀਂ ਕਰਦਾ, ਪਰ ਕਰ ਸਕਦਾ, ਥੋੜਾ ਜਿਹਾ ਉਸ ਨੂੰ ਸਪੈਸੀਫਾਈ ਕਰਨਾ ਪੈਂਦਾ। ਫਿਰ ਉਹ ਜਿਹੜੀ ਹੈ ਵਰਬਲ ਨਹੀਂ ਹੋਏਗੀ, ਉਹ ਕਮਿਊਨੀਕੇਸ਼ਨ ਰਿਟਨ ਫਾਰਮ 'ਚ ਹੋਏਗੀ। ਉਹ ਕਮਿਊਨੀਕੇਸ਼ਨ ਕਿਸੇ ਮੀਡੀਆ 'ਚ ਹੋਏਗੀ। ਕੋਈ ਵੀਡੀਓ ਬਣਾਏਗਾ, ਬਾਬਾ ਰਾਮਦੇਵ ਰੋਜ਼ ਸਵੇਰੇ ਦੇ ਸੈਸ਼ਨ ਦੀ ਵੀਡੀਓਗ੍ਰਾਫੀ ਕਰਕੇ ਆਪਣੇ YouTube ਚੈਨਲ ਤੇ ਪਾ ਦਿੰਦਾ, ਲੋਕੀ ਮੇਰੇ ਵਰਗੇ 9 ਵਜੇ ਉੱਠ ਕੇ ਵੀ ਦੇਖ ਲੈਂਦੇ ਆ। ਤਾਂ ਇਹਦਾ ਮਤਲਬ ਕਮਿਊਨੀਕੇਟ ਤਾਂ ਕਰਦਾ ਹੈ, ਪਰ ਉਹ ਮੀਡੀਆ ਜਿਹੜਾ ਹੈ 1 to 1 ਟਾਕ ਨਹੀਂ ਹੈ, ਉਹ ਮੀਡੀਆ ਬਦਲ ਜਾਏਗਾ। ਤਾਂ ਆਮ ਤੌਰ ਤੇ ਲੋਕਾਂ ਦੀ ਜ਼ਰੂਰਤ ਪੈਂਦੀ ਹੈ। ਜਨਰਲ ਪਬਲਿਕ ਅਸੀਂ ਕਹਿੰਦੇ ਯੂਨੀਵਰਸਿਟੀ ਵੀ ਹੈਵ ਨੀਡ ਟੂ ਮੋਰ ਦੈਨ 2 ਪਰਸਨ ਟੂ ਕਮਿਊਨੀਕੇਟ। ਤਾਂ ਇਨਵੋਲਵ ਚੇਂਜ ਇਨ ਬਿਹੇਵੀਅਰ। ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ, ਖਾਸ ਤੌਰ ਤੇ ਜਦੋਂ ਅਸੀਂ ਕਲਾਸਰੂਮ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਬਿਕੋਜ਼ ਵੀ ਆਰ ਓਨਲੀ ਕੰਸਰਨਡ ਅਬਾਊਟ ਐਜੂਕੇਸ਼ਨਲ ਸੈਟਅਪ, ਤਾਂ ਉਹਦੇ ਵਿੱਚ ਅਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਏਮ ਇਹੀ ਰਹਿੰਦਾ ਹੈ ਵੀ ਵਾਂਟ ਟੂ ਬ੍ਰਿੰਗ ਚੇਂਜ ਇਨ ਦਾ ਹਿਊਮਨ ਬਿਹੇਵੀਅਰ। ਅਸੀਂ ਕਹਿੰਦੇ ਹਾਂ ਵਾਟ ਇਜ਼ ਐਜੂਕੇਸ਼ਨ, ਆਮ ਤੌਰ ਤੇ ਕਹਿੰਦੇ ਆ ਐਜੂਕੇਸ਼ਨ ਇਜ਼ ਦਾ ਮੋਡੀਫਿਕੇਸ਼ਨ ਆਫ ਬਿਹੇਵੀਅਰ। ਤਾਂ ਅਸੀਂ ਮੋਡੀਫਿਕੇਸ਼ਨ ਆਫ ਬਿਹੇਵੀਅਰ ਕਰ ਕਿਵੇਂ ਰਹੇ ਹੁੰਦੇ ਹਾਂ। We normally communicate in our classrooms. Teaching learning process is the process of communicating with the others. ਤਾਂ ਆਮ ਤੌਰ ਤੇ ਅਸੀਂ ਕਮਿਊਨੀਕੇਟ ਕਰਦੇ ਹਾਂ ਔਰ ਇਟ ਬ੍ਰਿੰਗ ਚੇਂਜ ਇਨ ਬਿਹੇਵੀਅਰ। ਖਾਸ ਤੌਰ ਤੇ ਜਿਹੜਾ ਇਮੈਚਿਓਰ ਹੈ ਪਰਸਨ, when we communicate every time, we have two type of person normally. One is mature one and second is a immature one. ਬਹੁਤ ਘੱਟ ਹੁੰਦਾ ਹੈ ਕਿ ਅਸੀਂ ਜਦੋਂ ਸਪੈਸ਼ਲ ਅਰੇਂਜ ਕਰੀਏ ਕਮਿਊਨੀਕੇਸ਼ਨ ਤੇ ਉਸ ਟਾਈਮ ਤੇ ਦੋਨੋਂ ਲੋਕਾਂ ਦਾ ਲੈਵਲ ਇਕੁਅਲ ਹੋਵੇ। ਅਸੀਂ ਕਲਾਸਰੂਮ ਕਮਿਊਨੀਕੇਸ਼ਨ ਵੀ ਇਸ ਕਾਰਨ ਕਰਦੇ ਹਾਂ ਕਿ ਸਟੂਡੈਂਟ ਆਰ ਨਾਟ ਅਵੇਅਰ ਅਬਾਊਟ ਪਾਰਟਿਕੂਲਰ ਕਨਸੈਪਟ, ਉਹਨਾਂ ਨੂੰ ਕਨਸੈਪਟ ਦਾ ਨਹੀਂ ਪਤਾ, ਔਰ ਟੀਚਰ ਮੈਚਿਓਰ ਹੈ, ਉਸ ਨੂੰ ਪਤਾ ਹੈ, ਤੇ ਉਹ ਕਮਿਊਨੀਕੇਟ ਕਰਕੇ ਅਸੀਂ ਉਹਨਾਂ ਨੂੰ ਉਸ ਲੈਵਲ ਤੇ ਲੈ ਕੇ ਆਉਣਾ ਚਾਹੁੰਦੇ ਹਾਂ। ਨਾਰਮਲੀ ਇਸ ਤਰ੍ਹਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ। ਮੈਚਿਓਰ ਜਿਹੜਾ ਇਮੈਚਿਓਰ ਹੈ ਉਸ 'ਚ ਬਿਹੇਵੀਅਰ ਪੋਜ਼ਿਟਿਵ ਚੇਂਜ ਹੁੰਦਾ, ਔਰ ਜਿਹੜਾ ਮੈਚਿਓਰ ਪਰਸਨ ਹੈ ਉਹਦੇ ਬਿਹੇਵੀਅਰ 'ਚ ਸਮ ਟਾਈਮ ਰਿਫਾਈਨਮੈਂਟ ਹੁੰਦੀ ਹੈ, ਸਮ ਟਾਈਮ ਉਹਦੀਆਂ ਐਰਰ ਜਿਹੜੇ ਨੇ ਉਹ ਕਰੈਕਟ ਹੁੰਦੇ ਆ। ਤਾਂ ਇਹ ਹੋ ਸਕਦਾ, ਪਰ ਬਿਹੇਵੀਅਰ ਦੋਨਾਂ ਦਾ ਚੇਂਜ ਹੋਏਗਾ। ਕਿਸੇ ਦੀ ਡਿਗਰੀ ਜ਼ਿਆਦਾ ਹੋਏਗੀ, ਇਮੈਚਿਓਰ ਦੀ ਡਿਗਰੀ ਬਹੁਤ ਜ਼ਿਆਦਾ ਹੋਏਗੀ, ਮੈਚਿਓਰ ਦੀ ਡਿਗਰੀ ਥੋੜੀ ਘੱਟ ਹੋਏਗੀ। ਮੀਨ ਟੂ ਇਨਫਲੂਐਂਸ ਦਾ ਅਦਰਸ, ਦੂਸਰਿਆਂ ਨੂੰ ਅਸੀਂ ਇਨਫਲੂਐਂਸ ਕਰਨਾ ਚਾਹੁੰਦੇ ਹਾਂ, ਉਹਨਾਂ ਦੇ ਥਾਟ ਪ੍ਰੋਸੈਸ ਨੂੰ, ਉਹਨਾਂ ਦੇ ਐਟੀਟਿਊਡ ਨੂੰ, ਉਹਨਾਂ ਦੇ ਆਈਡੀਆਜ਼ ਨੂੰ, ਉਹਨਾਂ ਦੀ ਥਿੰਕਿੰਗ, ਉਹਨਾਂ ਦੇ ਬਲੀਵਸ। ਅਸਲ 'ਚ ਅਸੀਂ ਕਮਿਊਨੀਕੇਟ ਇਸ ਕਰਕੇ ਕਰਦੇ ਹਾਂ ਕਿ ਅਸੀਂ ਲੋਕਾਂ ਦੇ ਬਲੀਵ ਚੇਂਜ ਕਰਨਾ ਹੁੰਦੇ ਆ, ਅਸੀਂ ਉਹਨਾਂ ਦਾ ਥਾਟ ਚੇਂਜ ਕਰਨਾ ਹੁੰਦਾ, ਅਸੀਂ ਉਹਨਾਂ ਦੇ ਓਪੀਨੀਅਨ ਨੂੰ ਵਾਸਟ ਕਰਨਾ ਹੁੰਦਾ। ਤਾਂ ਐਕਸਪ੍ਰੈਸ਼ਨ ਆਫ ਥਾਟਸ ਆਮ ਤੌਰ ਤੇ ਕਮਿਊਨੀਕੇਟ ਕੀਤਾ ਹੀ ਇਸ ਕਰਕੇ ਜਾਂਦਾ ਹੈ। ਕਹਿੰਦੇ ਕਿ ਪੂਰੇ ਯੂਨੀਵਰਸ 'ਚ ਇਨਸਾਨ ਹੀ ਬੋਲ ਸਕਦਾ, ਕਿਉਂਕਿ ਇਨਸਾਨ ਕੋਲ ਆਈਡੀਆ ਹੈ ਨਾ, ਅਦਰਵਾਈਜ਼ ਬਾਕੀ ਐਨੀਮਲਸ ਨਹੀਂ ਬੋਲ ਪਾਉਂਦੇ। ਤੋਤਾ ਬੋਲ ਲੈਂਦਾ ਥੋੜਾ ਜਿਹਾ। ਐ ਤਾਂ ਇੱਕ ਦੋ ਹੋਰ ਜਾਨਵਰਾਂ ਦੀ ਗੱਲ ਵੀ ਮੈਂ ਪੜ੍ਹ ਰਿਹਾ ਸੀ ਪਿੱਛੇ, ਡਾਰਵਨ ਦੀ ਜਿਹੜੀ ਹੈ ਥਿਊਰੀ ਆਫ ਸਰਵਾਈਵਲ, ਫਿਟੈਸਟ ਵਿਲ ਸਰਵਾਈਵ, ਤਾਂ ਉਹਨੇ ਇੱਕ ਚੈਪਟਰ 'ਚ ਪੂਰਾ ਲਿਖਿਆ ਹੈ ਕਿ ਐਵੇਂ ਇਨਸਾਨ ਬੋਸਟਫੁਲ ਹੋ ਜਾਂਦਾ ਕਿ ਸਿਰਫ ਇਨਸਾਨ ਹੀ ਬੋਲਦਾ। ਬਹੁਤ ਸਾਰੇ ਜਾਨਵਰ ਨੇ ਜਿਹੜੇ ਬੋਲਦੇ ਨੇ, ਔਰ ਹਾਂ ਠੀਕ ਹੈ ਕਿ ਉਹਨਾਂ ਦਾ ਡਾਇਲੈਕਟ ਇੰਨਾ ਡਿਵੈਲਪਡ ਨਹੀਂ ਹੈ। ਜਿਵੇਂ ਕੋਇਲ ਬੜਾ ਅੱਛਾ ਬੋਲਦੀ ਹੈ, ਸੁਣੀਏ ਕਦੇ?
ਜਿਹਨੇ ਕੋਇਲ ਸੁਣੀ ਹੋਵੇ ਬੋਲਦੀ, ਇਹ ਹੋ ਹੀ ਨਹੀਂ ਸਕਦਾ ਕਿ ਕੋਇਲ ਬੋਲੇ ਤੇ ਤੁਸੀਂ ਕਹੋ ਕਿਆ ਬਾਤ, ਇਹ ਤੁਸੀਂ ਕਹੋ ਹੀ ਨਾ। ਤਾਂ सर ये ਕੋਇਲ तो वो ਇੰਨੇ तो कुहू करती है, वो क्या बोलती है है। सर, कोयल कुहू कुहू कर दी है सर। ਹਾਂ ਉਹਦਾ ਡਾਇਲੈਕਟ ਨਹੀਂ ਹੈ, ਪਰ ਜੇ ਅਸੀਂ ਕੋਇਲ ਨੂੰ ਸਿਖਾਉਣਾ ਚਾਹੀਏ ਤਾਂ ਕੋਇਲ ਸਿੱਖ ਸਕਦੀ ਹੈ, ਕਿਉਂਕਿ ਉਹਦੇ ਟੌਂਸਲ ਔਰ ਉਹਦੇ ਜਿਹੜੀ ਹੈ ਟੰਗ ਹੈ ਉਹ ਟਵਿਸਟ ਕਰਦੀ ਹੈ। ਜਿਵੇਂ ਤੋਤਾ ਹੈ ਉਹ ਬੋਲ ਲੈਂਦਾ, ਪੈਰਟ ਬੜਾ ਅੱਛਾ ਬੋਲ ਲੈਂਦਾ, ਠੀਕ ਹੈ, ਉਸ ਨੂੰ ਤੁਸੀਂ ਸੈਂਟੈਂਸ ਤੱਕ ਸਿਖਾ ਸਕਦੇ ਹੋ। ਇਹਦਾ ਮਤਲਬ ਹੈ ਇਨਸਾਨ ਐਵੇਂ ਬੋਸਟਫੁਲ ਹੁੰਦਾ ਹੈ, ਪਰ ਇਨਸਾਨ ਕੋਲ ਥਾਟਸ ਹੁੰਦੇ ਨੇ ਐਕਸਪ੍ਰੈਸ ਕਰਨ ਲਈ, ਇਹ ਅਸੀਂ ਕਹਿ ਸਕਦੇ ਹਾਂ। ਔਰ ਟੂਲਸ ਫਾਰ ਕੰਟਰੋਲਿੰਗ ਐਂਡ ਮੋਟੀਵੇਟਿੰਗ ਦ ਪੀਪਲ, ਆਮ ਤੌਰ ਤੇ ਅਸੀਂ ਕਮਿਊਨੀਕੇਟ ਇਸ ਕਰਕੇ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਜਾਂ ਤਾਂ ਕੰਟਰੋਲ ਕਰਨਾ ਹੁੰਦਾ, ਜਿਵੇਂ ਜਿਹੜਾ ਸੀਨੀਅਰ ਹੈ ਉਹ ਆਪਣੇ ਜੂਨੀਅਰ ਨੂੰ ਕਮਿਊਨੀਕੇਟ ਕਰਨ ਲਈ ਡਾਇਰੈਕਸ਼ਨਸ ਦਿੰਦਾ, ਟੀਚਰ ਆਪਣੇ ਸਟੂਡੈਂਟ ਨੂੰ ਕੰਟਰੋਲ ਕਰਨ ਲਈ, ਉਹਨਾਂ ਦੇ ਬਿਹੇਵੀਅਰ ਨੂੰ ਮੋਨੀਟਰ ਕਰਨ ਲਈ ਡਾਇਰੈਕਸ਼ਨ ਦਿੰਦਾ। ਔਰ ਆਮ ਕਈ ਵਾਰ ਅਸੀਂ ਕਮਿਊਨੀਕੇਟ ਇਸ ਕਰਕੇ ਕਰਦੇ ਹਾਂ ਕਿ ਵੀ ਵਾਂਟ ਟੂ ਮੋਟੀਵੇਟ ਆਵਰ ਸਬਆਰਡੀਨੇਟਸ, ਅਸੀਂ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਟਾਈਮਲੀ ਕੰਮ ਕਰਿਆ ਕਰੋ ਤੇ ਕੰਮ ਪੂਰਾ ਵੀ ਕਰਿਆ ਕਰੋ, ਠੀਕ ਹੈ। ਇਟ ਇਜ਼ ਟੋਲ, it is a social and emotional process, natural है human being, when we talk about the human being, every time we have to concern, we have to consider two different domains of the process. One, that human being is a social animal, वो concept आएगा, and another is every human has some psychological build up, ਉਹਦੇ ਆਪਣੇ ਕੁਝ emotions ਨੇ, ਉਹਦੇ ਆਪਣੇ ਕੁਝ opinions ਨੇ, ਉਹਦੀ ਆਪਣੀ ਕੋਈ ਆਈਡੀਓਲੋਜੀ ਹੈ, ਔਰ ਉਹ ਕਿਸੇ ਚੀਜ਼ ਨੂੰ, ਕੋਈ ਚੀਜ਼ ਉਸਨੂੰ ਚੰਗੀ ਲੱਗਦੀ ਹੈ, ਕੋਈ ਚੀਜ਼ ਉਸਨੂੰ ਬੁਰੀ ਲੱਗਦੀ ਹੈ, ਕਿਸੇ ਨੂੰ ਧਰਮ ਅੱਛਾ ਲੱਗਦਾ, ਕਿਸੇ ਨੂੰ ਧਰਮ ਅੱਛਾ ਨਹੀਂ ਲੱਗਦਾ, ਕਿਸੇ ਨੂੰ ਜਿਹੜਾ ਹੈ ਕਿਸੇ ਪਾਰਟਿਕੂਲਰ ਚੀਜ਼ ਫੇਥ ਹੈ, ਠੀਕ ਹੈ, ਕਿਸੇ ਨੂੰ ਫੇਥ ਨਹੀਂ, ਕੋਈ ਕਹਿੰਦਾ ਕਿ ਲੱਕ ਹੈ, ਕੋਈ ਕਹਿੰਦਾ ਲੱਕ ਨਹੀਂ ਹੈ, ਕੋਈ ਹਾਰਡ ਵਰਕ ਬਲੀਵ ਕਰਦਾ, ਕੋਈ ਲੱਕ ਬਲੀਵ ਕਰਦਾ। ਤਾਂ ਮਤਲਬ ਇਹ ਇਮੋਸ਼ਨਸ ਨੇ, ਔਰ ਅਸੀਂ ਇਸ ਟੈਕਸਟ ਦੇ ਵਿੱਚ ਦੇਖ ਕੇ ਅਸੀਂ ਇਸ ਨੂੰ ਸਮਝਣਾ। ਤਾਂ ਅਗਲੀ ਅਸੀਂ ਜਿਹੜੀ ਗੱਲ ਇਹਦੇ ਵਿੱਚ ਕਰਾਂਗੇ ਉਹ ਇਹੀ ਹੈ ਕਿ ਸਾਰੇ ਕਾਸੇ ਨੂੰ ਜਦੋਂ ਅਸੀਂ ਸਮਰਪ ਕਰਦੇ ਹਾਂ, ਜੋ ਹੁਣੇ ਅਸੀਂ ਡਿਸਕਸ ਕਰ ਰਹੇ ਸੀਗੇ, ਕਮਿਊਨੀਕੇਸ਼ਨ ਇਜ਼ ਅ ਟੂ ਵੇ ਪ੍ਰੋਸੈਸ ਆਫ ਸ਼ੇਅਰਿੰਗ ਥਾਟ, ਆਈਡੀਆ, ਫੀਲਿੰਗ, ਐਕਸਪ੍ਰੈਸ਼ਨ, experience, information through media which involve feedback and interaction between two or more person which incurs give and take। ਅਸਲ ਚ ਟੂ ਵੇ ਪ੍ਰੋਸੈਸ ਹੈ, ਉਹੀ ਗੱਲ ਹੈ, ਇਹਦੇ ਵਿੱਚ ਅਸੀਂ ਥਾਟ, ਆਈਡੀਆ, ਫੀਲਿੰਗ, ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਔਰ ਉਸ ਨੂੰ ਸ਼ੇਅਰ ਕਰਨ ਲਈ ਅਸੀਂ ਕੋਈ ਨਾ ਕੋਈ ਮੀਡੀਆ ਅਡਾਪਟ ਕਰਦੇ ਹਾਂ। ਉਹ ਇਨਫਾਰਮਲ ਹੋ ਸਕਦਾ, ਫਾਰਮਲ ਮੀਡੀਆ ਹੋ ਸਕਦਾ, ਔਰ ਉਹ ਵਰਬਲ ਹੋ ਸਕਦਾ, ਨਾਨ ਵਰਬਲ ਹੋ ਸਕਦਾ, ਔਰ ਇਮੀਡੀਏਟ ਅਸੀਂ ਉਸ ਦੇ ਬਾਰੇ ਫੀਡਬੈਕ ਲੈਂਦੇ ਹਾਂ, ਔਰ ਫੀਡਬੈਕ ਲੈ ਕੇ ਅਸੀਂ ਜਿਹੜਾ ਹੈ ਆਪਣੇ ਆਪ ਨੂੰ ਇੰਪਰੂਵ ਕਰਦੇ ਹਾਂ, ਜਾਂ ਅਸੀਂ ਉਸ ਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਡਿਲੀਵਰ ਕਰ ਰਹੇ ਹੁੰਦੇ ਹਾਂ। ਔਰ ਇਸ ਚ ਦੋ ਤੋਂ ਜ਼ਿਆਦਾ ਪਰਸਨ ਇਨਵੋਲਵ ਹੁੰਦੇ ਆ, ਔਰ ਦੇ ਆਰ ਸ਼ੇਅਰਿੰਗ, ਔਰ ਇਕੁਅਲ ਬੇਸਿਸ ਤੇ ਕੰਮ ਕਰ ਰਹੇ ਹੁੰਦੇ, ਗਿਵ ਐਂਡ ਟੇਕ, ਮਤਲਬ ਉਹਨਾਂ ਚ ਕੋਈ ਕਾਮਨ ਚੀਜ਼ ਹੁੰਦੀ ਹੈ ਜਿਹਦੇ ਚ ਉਹ ਐਗਰੀ ਕਰਦੇ ਆ ਕਿ ਅਸੀਂ ਇਹ ਸ਼ੇਅਰ ਕਰਾਂਗੇ, ਠੀਕ ਹੈ। ਹੁਣ ਅਸੀਂ ਇੱਕ ਦੋ ਚਾਰ ਡੈਫੀਨੇਸ਼ਨ ਦੇਖ ਲੈਂਦੇ ਹਾਂ। ਐਂਥਨੀ ਗਰਾਸਾ ਕੀ ਕਹਿੰਦੇ ਆ, ਕਮਿਊਨੀਕੇਸ਼ਨ is an interpersonal process in which verbal symbols, that mean words and sentences, and non-verbal symbols, that mean body postures, facial gestures, are shared and understood by two or more people। ਅਸੀਂ ਇਹਦੇ ਵਿੱਚ ਦੇਖਦੇ ਹਾਂ ਕਿ ਇਹ ਇੰਟਰਪਰਸਨਲ ਹੈ, ਦੋ ਲੋਕਾਂ ਦੇ ਵਿਚਕਾਰਲਾ ਸੰਬੰਧ ਹੈ, ਜਿਸ ਪ੍ਰਕਿਰਿਆ ਹੈ ਜਿਹਦੇ ਚ ਲੋਕ ਆਪਣੇ ਆਪਣੇ ਵਿਚਾਰ, ਆਪਣੇ ਸ਼ਬਦ, ਆਪਣੇ ਵਾਕ ਜਿਹੜੇ ਨੇ ਉਹ ਦੂਸਰੇ ਨਾਲ, ਜਾਂ ਆਪਣੀ ਬਾਡੀ ਪੋਸਚਰਸ ਔਰ ਫੇਸ਼ੀਅਲ ਜੈਸਚਰ ਜਿਹੜੇ ਨੇ ਉਹ ਸ਼ੇਅਰ ਕਰਦੇ ਨੇ। ਔਰ ਲੋਕਾਂ 'ਚ ਇੰਨੀ ਜਿਹੜੀ ਹੈ ਅੰਡਰਸਟੈਂਡਿੰਗ ਹੁੰਦੀ ਹੈ ਕਿ ਉਹ ਇੱਕ ਦੂਸਰੇ ਦੇ ਇਸ਼ਾਰੇ ਵੀ ਸਮਝ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਕਲਾਸਰੂਮ 'ਚ ਜਦੋਂ ਟੀਚਰ ਬੋਰ ਕਰ ਰਿਹਾ ਹੋਵੇ ਤੇ ਫਿਰ ਕਲਾਸ ਬੰਕ ਕਰਨੀ ਹੋਵੇ ਤੇ ਦੂਸਰੇ ਨੂੰ ਅੱਖ ਦੇ ਇਸ਼ਾਰੇ ਨਾਲ ਕਹਿੰਦੇ ਆ ਚੱਲ ਵਾਸ਼ਰੂਮ ਤੋਂ ਬਹਾਨਾ ਲਾ ਕੇ ਚੱਲੀਏ, ਠੀਕ ਹੈ, ਔਰ ਫਿਰ ਸਰ ਮੈਂ ਜਾਣਾ, ਇਹਨੂੰ ਨਾਲ ਲੈ ਜਾ, ਔਰ ਉਹ ਦੂਸਰੇ ਨੂੰ ਪਤਾ ਹੁੰਦਾ ਵੀ ਇਹ ਹੁਣ ਬਾਹਰ ਨਿਕਲਣ ਦਾ ਬਹਾਨਾ ਲਗਾ ਰਹੀ ਹੈ, ਇਸ਼ਾਰੇ ਨਾਲ ਹੀ ਸਮਝ ਜਾਂਦੀ ਹੈ, ਉਹ ਕਹਿੰਦੀ ਹਾਂ ਚੱਲੀਏ, ਕਹਿੰਦਾ ਹਾਂ ਚੱਲ। ਤਾਂ ਇਹ ਜਿਹੜਾ ਹੈ ਬਾਡੀ ਪੋਸਚਰ ਜਿਹੜਾ ਹੈ ਉਹ ਵੀ ਸਾਨੂੰ ਜਿਹੜਾ ਹੈ ਕਮਿਊਨੀਕੇਟ ਕਰਨ ਹੈਲਪ ਕਰਦਾ। ਔਰ 80% ਅਸੀਂ ਜਿਹੜਾ ਹੈ ਗੈਸਚਰ ਦੇ ਥਰੂ ਹੀ ਕਮਿਊਨੀਕੇਟ ਕਰਦੇ ਹਾਂ। ਗੈਸਚਰ ਇੰਨੇ ਕੁ ਜ਼ਿਆਦਾ, ਵਰਬਲ ਲੈਂਗੁਏਜ ਬਹੁਤ ਥੋੜੀ ਬੋਲੀ ਜਾਂਦੀ ਹੈ, ਵਰਬਲ ਲੈਂਗੁਏਜ ਹੈਜ਼ ਨੰਬਰ ਆਫ ਰਿਸਟ੍ਰਿਕਸ਼ਨ। ਜਿਵੇਂ ਪੰਜਾਬੀ ਹੈ, ਪੰਜਾਬ ਤੋਂ ਬਾਹਰ ਜਾ ਕੇ ਖਤਮ ਹੋ ਜਾਂਦੀ ਹੈ, ਹਿੰਦੀ ਹੈ ਜਦੋਂ ਸਾਊਥ ਦੀਆਂ ਸਟੇਟ ਸੈਂਟਰ ਕਰਦੇ ਹੋ ਹਿੰਦੀ ਭਾਰਤ 'ਚ ਹੀ ਖਤਮ ਹੋ ਜਾਂਦੀ ਹੈ, ਜਦੋਂ ਹੀ ਤੁਸੀਂ ਮੱਧ ਪ੍ਰਦੇਸ਼ ਕ੍ਰਾਸ ਕਰਦੇ ਹੋ ਹਿੰਦੀ ਖਤਮ ਹੋ ਜਾਂਦੀ ਹੈ।
ठीक है। और ये दो ही सानू भाषावां आउंदियां ने, अंग्रेजी साडी 4 कुछ सेंटेंस तो बाद खत्म हो जाती है। तो फिर असी जदों जदों असी वर्ल्ड ट्रैवल करते हैं जां जदों असी फॉरेन कंट्रीज ਦੇ ਵਿੱਚ ट्रैवल करते हैं, then we have to normally depend upon the gestures, body parts and postures of to communicate। ਤਾਂ ਉਹ ਕਹਿੰਦੇ ਆ ਕਿ 80% ਲੋਕ ਇਹਨਾਂ ਨਾਲ ਹੀ ਕੰਮ ਚਲਾ ਲੈਂਦੇ ਆ। ਤਾਂ ਅਗਲੀ ਗੱਲ ਜਿਹੜਾ ਹੈ ਲੂਇਸ ਏ ਐਲਨ ਕੀ ਕਹਿੰਦੇ ਆ, ਕਮਿਊਨੀਕੇਸ਼ਨ ਇਜ਼ ਸਮ ਆਫ all the things one person does when he want to create understanding in the mind of others। ਕਮਿਊਨੀਕੇਸ਼ਨ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਕੋਈ ਵਿਅਕਤੀ ਜੋ ਵੀ ਕੁਝ ਕਰਦਾ ਹੈ, ਭਾਵੇਂ ਵਰਬਲ ਹੈ ਭਾਵੇਂ ਨਾਨ ਵਰਬਲ ਹੈ, ਤਾਂ ਕਿ ਉਹ ਦੂਸਰੇ ਲੋਕਾਂ ਦੇ ਬ੍ਰੇਨ 'ਚ ਇੱਕ ਆਈਡੀਆ ਜਿਹੜਾ ਹੈ ਉਸਨੂੰ ਕਲੀਅਰ ਕਰ ਸਕੇ, ਉਹ ਕਮਿਊਨੀਕੇਸ਼ਨ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਸਾਡੇ ਇੱਕ ਮਤਲਬ ਨੇਬਰਿੰਗ ਨੇ, ਉਹ ਉਹਨਾਂ ਦੇ ਬੱਚੇ ਜਿਹੜੇ ਆਸਟ੍ਰੇਲੀਆ ਚਲੇ ਗਏ, ਤਾਂ ਉਹਨਾਂ ਨੇ ਫਿਰ ਕਾਫੀ ਟਾਈਮ ਬਾਅਦ ਜਦੋਂ ਉੱਥੇ ਸੈਟਲ ਸੁਟਲ ਹੋ ਗਏ ਤਾਂ ਉਹਨਾਂ ਨੇ ਉਹ ਬਜ਼ੁਰਗ ਨੂੰ ਬੁਲਾਇਆ। ਹੁਣ ਉਹ ਬਜ਼ੁਰਗ ਪਹਿਲਾਂ ਪੜ੍ਹਿਆ ਤਾਂ ਭਾਵੇਂ ਮੈਟ੍ਰਿਕ ਹੈ, ਪੰਜਾਬੀ ਤੇ ਜ਼ਿਆਦਾ ਡੋਮੀਨੈਂਸ ਹੈ, ਥੋੜੀ ਬਹੁਤ ਹਿੰਦੀ ਆਉਂਦੀ, ਇੰਗਲਿਸ਼ ਤਾਂ ਮੇਰੇ ਵਰਗੀ ਆਉਂਦੀ ਹੈ। ਤਾਂ ਉਹ ਚਲਾ ਗਿਆ ਤਾਂ 5-7 ਦਿਨ ਉਹ ਉਹਨਾਂ ਨੇ ਛੁੱਟੀ ਲੈ ਕੇ ਬਜ਼ੁਰਗ ਨੂੰ ਦੇਸ਼ ਦਿਖਾਇਆ। ਉਸ ਤੋਂ ਬਾਅਦ ਉਹ ਕੰਮਾਂ 'ਚ ਬਿਜੀ ਹੋ ਗਏ। ਉਹ ਗਿਆ 6 ਮਹੀਨੇ ਲਈ ਸੀਗਾ। ਉਹ ਸੋਚਿਆ ਕਿ ਮੈਂ ਹੁਣ ਅੱਜ ਫ੍ਰੀ ਹਾਂ, ਚਲੋ ਕਿਤੇ ਗੁਰਦੁਆਰਾ ਦੇਖਦੇ ਹਾਂ ਤੇ ਗੁਰਦੁਆਰੇ ਜਾ ਕੇ ਥੋੜਾ ਨਾਲੇ ਪ੍ਰੇਅਰ ਹੋ ਜਾਏਗੀ, ਨਾਲੇ ਥੋੜਾ ਟਾਈਮ ਪਾਸ ਹੋ ਜਾਏਗਾ। ਤੇ ਉਹ ਕਹਿੰਦਾ ਮੈਂ ਮਾਰਕੀਟ 'ਚ, ਮੈਨੂੰ ਉਹ ਲਿਖ ਕੇ ਤਾਂ ਦੇ ਗਏ, ਮੈਪ ਵੀ ਦੇ ਗਏ, ਪਰ ਮੈਨੂੰ ਸਮਝ ਨਾ ਆਇਆ। ਤਾਂ ਕਹਿੰਦਾ ਮੈਂ ਸੋਚਿਆ ਹੁਣ ਪੁੱਛੀਏ ਕਿਵੇਂ। ਤਾਂ ਕਹਿੰਦਾ ਮੈਂ ਉੱਥੇ ਜਿਹਨੂੰ ਵੀ ਖੜਾਵਾਂ ਮੈਂ ਉਹਨੂੰ ਇਹ ਕਹਾਂ। ਤਾਂ ਮਤਲਬ ਅਲਟੀਮੇਟਲੀ ਉਹ ਲੋਕ ਸਮਝ ਗਏ ਕਿ ਦੇ ਵਾਂਟ ਸਿੱਖ ਟੈਂਪਲ। ਤੇ ਕਹਿੰਦੇ ਉਹ ਜਿਹਨੂੰ ਵੀ ਮੈਂ ਇਹ ਗੱਲ ਕਹਾਂ, ਉਹ ਕਹਿੰਦੇ ਸਿੱਖ ਟੈਂਪਲ ਸਿੱਖ ਟੈਂਪਲ। ਕਹਿੰਦਾ ਮੈਂ ਸਿਰ ਹਿਲਾ ਦੇਵਾਂ ਤੇ ਉਹ ਮੈਨੂੰ ਆਈਡੀਆ ਦੇ ਦੇਣ ਵੀ ਇੱਧਰ ਨੂੰ ਜਾਣਾ। ਤਾਂ ਲੋਕ ਇਸ ਤਰ੍ਹਾਂ ਵੀ ਆਪਣਾ ਜਿਹੜਾ ਹੈ ਡਾਇਰੈਕਸ਼ਨਲ ਪ੍ਰੋਸੈਸ ਜਾਂ ਅਚੀਵ ਕਰ ਲੈਂਦੇ ਨੇ। ਇਟ ਇਜ਼ ਅ ਬ੍ਰਿਜ ਆਫ ਮੀਨਿੰਗਸ। ਅਸੀਂ ਇਹ ਕਹਿੰਦੇ ਹਾਂ ਕਿ ਲੋਕਾਂ 'ਚ ਜਿਹੜਾ ਅਰਥ ਹੈ ਜਾਂ ਜਿਹੜਾ ਸਮਝ ਹੈ ਉਸ ਦੇ ਵਿੱਚ ਕਨੈਕਟੀਵਿਟੀ ਦਾ ਕੰਮ ਕਰਦੀ ਹੈ। ਇਟ ਇਨਵੋਲਵ ਕੰਟੀਨਿਊਅਸ ਐਂਡ ਸਿਸਟਮੈਟਿਕ ਪ੍ਰੋਸੈਸ ਆਫ ਟੈਲਿੰਗ, ਲਿਸਨਿੰਗ ਐਂਡ ਅੰਡਰਸਟੈਂਡਿੰਗ। ਇਹਦੇ ਵਿੱਚ ਸਾਨੂੰ ਕੁਝ ਕਹਿਣਾ ਪੈਂਦਾ, ਕੁਝ ਸੁਣਨਾ ਪੈਂਦਾ, ਤੇ ਫਿਰ ਉਹਨਾਂ ਦੋਨਾਂ ਚੀਜ਼ਾਂ ਦੀ ਸਮਝ ਪੈਦਾ ਕਰਨੀ ਪੈਂਦੀ, ਤਾਂ ਹੀ ਅਸੀਂ ਕਮਿਊਨੀਕੇਟ ਕਰ ਪਾਉਂਦੇ। ਜੌਨ ਡੈਵੀ ਨੇ ਵੀ ਬੜਾ ਅੱਛਾ ਗੱਲ ਇਹਦੇ ਵਿੱਚ ਕਹੀ ਹੈ। ਜੇ ਤੁਸੀਂ ਇਹ 'ਚ ਲਾਸਟ ਦੇਖੋ ਡੈਫੀਨੇਸ਼ਨ, ਉਹ ਕਹਿੰਦੇ ਕਮਿਊਨੀਕੇਸ਼ਨ ਇਜ਼ ਅ ਪ੍ਰੋਸੈਸ ਆਫ ਸ਼ੇਅਰਿੰਗ ਐਕਸਪੀਰੀਐਂਸਿਸ till it become a common possession। ਕਹਿੰਦੇ ਇਹ ਉਹ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਉਹਨਾਂ ਚਿਰ ਤੱਕ ਆਪਣੇ ਜਿਹੜਾ ਹੈ ਕੰਮ ਤੇ ਲੱਗੇ ਰਹਿੰਦੇ ਹਾਂ ਜਿੰਨਾ ਚਿਰ ਤੱਕ ਜਿਹੜੀ ਚੀਜ਼ ਅਸੀਂ ਕਹਿਣਾ ਚਾਹੁੰਦੇ ਹਾਂ ਜਾਂ ਜਿਹੜੀ ਚੀਜ਼ ਅਸੀਂ ਕਨਵੇ ਕਰਨਾ ਚਾਹੁੰਦੇ ਹਾਂ ਸਾਰਿਆਂ ਦੀ ਸਮਝ ਦਾ ਹਿੱਸਾ ਨਹੀਂ ਬਣ ਜਾਂਦੀ। ਇਟ ਮੋਡੀਫਾਈਡ ਡਿਸਪੋਜੀਸ਼ਨਸ ਆਫ ਬੋਥ ਦਾ ਪਾਰਟੀਜ਼ ਹੂ ਪਾਰਟੇਕ ਇਟ। ਜਿਹੜੀਆਂ ਦੋ ਪਾਰਟੀਜ਼ ਇਹਦੇ ਵਿੱਚ ਇਨਵੋਲਵ ਹੁੰਦੀਆਂ ਨੇ, ਦੋਵਾਂ 'ਚ ਬਿਹੇਵੀਅਰ ਚੇਂਜ ਲੈ ਕੇ ਆਉਂਦੀ ਹੈ, ਦੋਵਾਂ ਦੀ ਪੋਜੀਸ਼ਨ 'ਚ ਚੇਂਜ ਆਉਂਦੀ ਹੈ, ਭਾਵੇਂ ਪੋਜ਼ਿਟਿਵ ਆਵੇ ਭਾਵੇਂ ਨੈਗੇਟਿਵ ਆਵੇ, ਪਰ ਚੇਂਜ ਜ਼ਰੂਰ ਹੁੰਦੀ ਹੈ। ਜੇਕਰ ਅਸੀਂ ਇਸ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਡੀ ਮੈਕਫਾਰਲੈਂਡ ਜਿਹੜੇ ਹਨ ਉਹ ਕਹਿੰਦੇ ਆ ਕਿ ਕਮਿਊਨੀਕੇਸ਼ਨ ਮੇ ਬੀ ਬ੍ਰੌਡਲੀ ਡਿਫਾਈਨਡ ਐਜ਼ ਅ ਪ੍ਰੋਸੈਸ ਆਫ ਮੀਨਿੰਗਫੁਲ ਇੰਟਰੈਕਸ਼ਨ among human beings। More specifically, it is a process by which meanings are perceived and understandings are reached by the human being। ਇਹਦੇ ਵਿੱਚ ਵੀ ਸੇਮ ਗੱਲ ਹੈ ਕਿ ਅਸੀਂ ਜੇ ਜਾਂ ਵੱਡੇ ਰੂਪ ਵਿੱਚ ਇਸ ਨੂੰ ਸਮਝਣਾ ਹੋਵੇ ਤਾਂ ਇੱਕ ਇਸ ਤਰ੍ਹਾਂ ਦਾ ਇੰਟਰੈਕਸ਼ਨ ਪ੍ਰੋਸੈਸ ਹੈ ਜਿਹੜਾ ਇਨਸਾਨਾਂ 'ਚ ਜਿਹੜਾ ਹੈ ਹੁੰਦਾ ਹੈ। ਤੇ ਇਹਦੇ ਵਿੱਚ ਖਾਸ ਤੌਰ ਤੇ ਇਸ ਪ੍ਰੋਸੈਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਜਾਂ ਤਾਂ ਕਿਸੇ ਚੀਜ਼ ਦੇ ਅਰਥਾਂ ਨੂੰ ਸਮਝਣ ਦੀ ਜਾਂ ਜਾਣਨ ਦੀ, ਤਾਂ ਕਿ ਅਸੀਂ ਇੱਕ ਕਾਮਨ ਜਿਹੜੀ ਹੈ ਸਮਝ ਤੇ ਜਾ ਸਕੀਏ। ਮੈਂ ਆਪ ਵੀ ਡੈਫੀਨੇਸ਼ਨ ਲਿਖੀ ਹੈ ਔਰ ਮੇਰੀ ਡੈਫੀਨੇਸ਼ਨ ਇਹ ਕਹਿੰਦੀ ਹੈ ਕਿ ਕਮਿਊਨੀਕੇਸ਼ਨ ਇਜ਼ ਅ ਹਾਰਸ upon which my thought and ideas ride to travel from my mind to your mind। Language or media is a horse harness which gives direction to the horse। ਤਾਂ ਕਹਿੰਦੇ ਕਿ ਇਹ ਕਮਿਊਨੀਕੇਸ਼ਨ ਇੱਕ ਇਸ ਤਰ੍ਹਾਂ ਦਾ ਘੋੜਾ ਹੈ ਜਿਹਦੇ ਉੱਤੇ ਸਵਾਰ ਹੋ ਕੇ ਮੇਰੇ ਵਿਚਾਰ, ਮੇਰੇ ਆਈਡੀਆਜ਼ ਜਿਹੜੇ ਨੇ ਉਹ ਮੇਰੇ ਬ੍ਰੇਨ ਤੋਂ ਤੁਹਾਡੇ ਬ੍ਰੇਨ ਤੱਕ ਦਾ ਸਫ਼ਰ ਕਰਦੇ ਨੇ। ਲੈਂਗੁਏਜ ਜਾਂ ਮੀਡੀਆ ਉਹ ਲਗਾਮ ਹੈ ਜਿਹੜੀ ਕਿਸੇ ਘੋੜੇ ਨੂੰ ਦਿਸ਼ਾ ਦਿੰਦੀ ਹੈ।
ਤਾਂ ਇਸ ਕਰਕੇ ਕਮਿਊਨੀਕੇਸ਼ਨ ਇੱਕ ਤਰ੍ਹਾਂ ਨਾਲ ਮੀਡੀਆ ਹੈ ਜਿਹਦੇ ਥਰੂ ਅਸੀਂ ਆਪਣੇ ਬ੍ਰੇਨ ਤੋਂ ਕਿਸੇ ਦੇ ਬ੍ਰੇਨ ਤੱਕ ਦਾ ਸਫ਼ਰ ਜਿਹੜਾ ਹੈ ਤੈਅ ਕਰਦੇ। ਤਾਂ ਇਸ ਨੂੰ ਅਸੀਂ ਜੇ ਸਮ ਅਪ ਕਰ ਦਈਏ ਤਾਂ ਸਾਡੇ ਕੋਲ ਕਰੈਕਟਰਿਸਟਿਕਸ ਉਹੀ ਨਿਕਲ ਕੇ ਆਉਂਦੀਆਂ ਨੇ ਜਿੱਥੋਂ ਅਸੀਂ ਸ਼ੁਰੂ ਕੀਤਾ ਸੀਗਾ। ਇਟ ਇਨਵੋਲਵ 2 or more persons, it to communicate we have need of message। ਜਦੋਂ ਦੋ ਲੋਕ ਗੱਲ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਕੋਲ ਕੋਈ ਮੈਸੇਜ ਹੋਣਾ ਚਾਹੀਦਾ ਜਿਹਦੇ ਤੇ ਉਹ ਕੰਮ ਕਰਨ। ਇਟਸ ਅ ਟੂ ਵੇ ਪ੍ਰੋਸੈਸ। ਇਹ ਦੋਨੋਂ ਪਾਸੇ ਹੋਏਗਾ। ਕਮਿਊਨੀਕੇਸ਼ਨ ਕਦੇ ਸਪੇਸ 'ਚ ਨਹੀਂ ਹੁੰਦੀ, ਕਦੇ ਇਹੋ ਜਿਹੀ ਜਗ੍ਹਾ ਨਹੀਂ ਹੁੰਦੀ ਜਿਹੜੀ ਵਕੇਟਡ ਹੈ, ਠੀਕ ਹੈ, ਵੈਕਿਊਮ 'ਚ ਇਸ ਤਰ੍ਹਾਂ ਦੀ ਪੋਸੀਬਿਲਿਟੀ ਨਹੀਂ ਹੈ। ਔਰ ਇਸੇ ਕਾਰਨ ਤੁਸੀਂ ਦੇਖਦੇ ਹੋ ਕਿ ਜਦੋਂ ਸਪੇਸ 'ਚ ਮੂਨ ਵਾਕ ਲਈ ਜਾਂਦੇ ਆ ਤਾਂ ਉੱਥੇ ਕਮਿਊਨੀਕੇਟ ਨਹੀਂ ਕਰ ਪਾਉਂਦੇ। ਕਮਿਊਨੀਕੇਟ ਕਿਉਂ ਨਹੀਂ ਕਰ ਪਾਉਂਦੇ? ਉੱਥੇ ਮੀਡੀਆ ਨਹੀਂ ਹੈ, ਉੱਥੇ ਏਅਰ ਨਹੀਂ ਹੈ। ਤਾਂ ਸਾਨੂੰ ਕਮਿਊਨੀਕੇਟ ਕਰਨ ਦੇ ਲਈ ਇੱਕ ਤਾਂ ਦੋ ਲੋਕਾਂ ਦੀ ਜ਼ਰੂਰਤ ਹੈ, ਇੱਕ ਮੀਡੀਆ ਦੀ ਜ਼ਰੂਰਤ ਹੈ। ਅਗਲਾ ਹੈ ਕਮਿਊਨੀਕੇਸ਼ਨ ਮੇ ਬੀ ਰਿਟਨ ਔਰ ਜੈਸਚਰਲ। ਇਹ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ। ਇਟ ਮੇ ਬੀ ਫਾਰਮਲ ਔਰ ਇਨਫਾਰਮਲ, ਇਟ ਮੇ ਫਲੋ ਫਰੋਮ ਅਪ ਟੂ ਡਾਊਨ ਔਰ ਵਾਈਸ ਵਰਸਾ ਐਜ਼ ਵੈਲ ਐਜ਼ ਹੌਰੀਜ਼ੌਂਟਲ। ਇਹ ਉੱਪਰਲੇ ਸ਼ਿਖਰ ਦੇ ਅਧਿਕਾਰੀਆਂ ਤੋਂ ਥੱਲੇ ਨੂੰ, ਥੱਲੇ ਕੋਮਲ ਲੋਕਾਂ ਤੋਂ ਉੱਪਰ ਕਮਿਊਨੀਕੇਟ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਟੌਪ ਤੋਂ ਬਾਟਮ ਆਇਆ ਕਿ ਸਰਕਾਰ ਨੇ ਆਪਣਾ ਬਿੱਲ ਪਾਰਲੀਮੈਂਟ 'ਚ ਰੱਖਿਆ ਤੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਅਸੀਂ ਪਾਰਲੀਮੈਂਟ 'ਚ ਬਿੱਲ ਪਾਸ ਕਰ ਦਿੱਤਾ। ਉਹਨਾਂ ਨੇ ਆਪਣੀ ਗੱਲ ਕਹਿ ਲਈ। ਹੁਣ ਲੋਕ ਉਸੇ ਬਿੱਲ ਨੂੰ ਆਪਣੀਆਂ ਪੰਚਾਇਤਾਂ 'ਚ ਰੱਦ ਕਰ ਰਹੇ ਤੇ ਸੜਕਾਂ ਤੇ ਸਰਕਾਰ ਨੂੰ ਗੱਲ ਕਹਿ ਰਹੇ ਆ ਕਿ ਆਹ ਸਾਡਾ ਆਈਡੀਆ ਹੈ, ਇਸ ਨੂੰ ਵੀ ਹੁਣ ਸੁਣ ਲਓ। ਤਾਂ ਦੋਨੋਂ ਪਾਸੇ ਜਾਂਦੀ ਹੈ, ਟੌਪ ਟੂ ਬਾਟਮ ਵੀ ਜਾਂਦੀ ਹੈ। ਔਰ ਜਦੋਂ ਅਸੀਂ ਅਥਾਰਟੀ ਦੀ ਗੱਲ ਕਰਦੇ ਹਾਂ, ਪ੍ਰਿੰਸੀਪਲ ਸਟਾਫ ਤੋਂ ਸਟੂਡੈਂਟ ਤੱਕ ਜਾਂਦਾ। ਕਈ ਵਾਰ ਜਦੋਂ ਸਟੂਡੈਂਟ ਕੋਈ ਪ੍ਰੋਬਲਮ ਫੇਸ ਕਰਦੇ ਆ ਤਾਂ ਉਹ ਡੀਨ ਸਟੂਡੈਂਟ ਵੈਲਫੇਅਰ ਤੋਂ ਹੋ ਕੇ ਜਾਂ ਜਿਹੜਾ ਹੈ ਸੀਨੀਅਰ ਟਿਊਟਰ ਤੋਂ ਹੋ ਕੇ ਜਾਂ ਟਿਊਟਰ ਤੋਂ ਹੋ ਕੇ ਉੱਪਰ ਟੌਪ ਨੂੰ ਜਾਂਦੀ ਹੈ। ਤਾਂ ਇਹ ਗੱਲ ਵਾਈਸ ਵਰਸਾ ਚੱਲਦੀ ਹੈ ਔਰ ਕਈ ਵਾਰ ਪੈਰਲਲ ਵੀ ਚੱਲਦੀ ਹੈ। ਜਿਵੇਂ ਸੀਆਰਜ਼ ਆਪਸ 'ਚ ਗੱਲ ਕਰ ਲੈਂਦੇ ਆ, ਡਿਸਾਈਡ ਕਰਨਾ ਹੋਵੇ ਟੂਰ ਕਿੱਥੋਂ ਦਾ ਹੋਏਗਾ ਜਾਂ ਟ੍ਰਿਪ ਕਿੱਧਰ ਦਾ ਜਾਣਾ ਹੈ ਤਾਂ ਮਾਈਟ ਵੀ, ਤਾਂ ਟੀਚਰ ਵੀ ਆਪਣੇ ਲੈਵਲ ਤੇ ਡਿਸਕਸ ਕਰ ਲੈਂਦੇ ਆ, ਐਚਓਡੀ ਵੀ ਆਪਣੇ ਲੈਵਲ ਤੇ ਡਿਸਕਸ ਕਰ ਲੈਂਦੇ ਆ। ਕੰਟੀਨਿਊਸ ਪ੍ਰੋਸੈਸ ਹੈ। ਮੋਟਿਵ ਇਜ਼ ਟੂ ਟ੍ਰਾਂਸਮਿਟ ਇਨਫੋਰਮੇਸ਼ਨ ਔਰ ਰਿਸਪੌਂਡ। ਇਹਦਾ ਮੁੱਖ ਏਮ ਇਹ ਹੁੰਦਾ ਕਿ ਅਸੀਂ ਕੁਝ ਇਨਫੋਰਮੇਸ਼ਨ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਜਾਂ ਅਸੀਂ ਕਿਸੇ ਕਨਵੇ ਹੋਈ ਇਨਫੋਰਮੇਸ਼ਨ ਨੂੰ ਰਿਸਪੌਂਡ ਕਰਨਾ ਚਾਹੁੰਦੇ ਹਾਂ। ਮੰਨ ਲਓ ਤੁਹਾਨੂੰ ਕੋਈ ਲੈਟਰ ਆਇਆ, ਉਹ ਲੈਟਰ ਜਿਹੜਾ ਹੈ ਜਸਟੀਫਿਕੇਸ਼ਨ ਡਿਮਾਂਡ ਕਰਦਾ ਤੇ ਤੁਸੀਂ ਉਸ ਨੂੰ ਰਿਸਪੌਂਡ ਕਰਨਾ। ਇਟ ਇਜ਼ ਅ ਪਰਵੇਸਿਵ, ਯੂਨੀਵਰਸਲ ਹੈ, ਹਰ ਜਗ੍ਹਾ ਤੇ ਹੁੰਦੀ ਹੈ। ਔਰ ਅਸੀਂ ਇਸ ਸਾਰੇ ਕੁਝ ਨੂੰ ਦੇਖਦੇ ਹਾਂ ਤਾਂ ਸਾਨੂੰ ਇਸ ਦੀ ਜਿਹੜੀ ਹੈ ਸਮਝ ਜਿਹੜੀ ਆ ਉਹ ਆ ਜਾਂਦੀ ਹੈ। ਤਾਂ ਇਸ ਨੂੰ ਅਸੀਂ ਛੱਡ ਦਈਏ ਤਾਂ ਹੁਣ ਅਗਲੀ ਅਸੀਂ ਗੱਲ ਜਿਹੜੀ ਕਰਾਂਗੇ that is related to various types of communication। ਆਮ ਤੌਰ ਤੇ ਜਿਹੜੀ ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਆਏ ਹੋ ਜਾਂ ਬੀਏ 'ਚ ਬੀਐਡ 'ਚ ਕੀਤੀ ਹੋਏਗੀ, ਉਹ ਸਿਰਫ ਕਲਾਸਰੂਮ ਕਮਿਊਨੀਕੇਸ਼ਨ ਹੈ ਜਿਹਦਾ ਤੁਸੀਂ ਆ ਪ੍ਰੋਸੈਸ ਜਿਹਾ ਦੇਖਿਆ ਹੋਏਗਾ ਕਿ ਸੋਰਸ ਹੈ, ਮੈਸੇਜ ਹੈ, ਕੋਡਿੰਗ ਹੈ, ਮੈਸੇਜ ਹੈ, ਚੈਨਲ ਹੈ, ਫਿਰ ਮੈਸੇਜ ਹੈ, ਫਿਰ ਡੀਕੋਡਿੰਗ ਹੈ, ਫਿਰ ਰਿਸੀਵਰ ਹੈ, ਫਿਰ ਫੀਡਬੈਕ ਹੈ। ਇਹ ਕਿਸ ਤਰ੍ਹਾਂ ਦਾ ਪ੍ਰੋਸੈਸ ਜਿਹੜਾ ਹੈ ਸਾਨੂੰ ਸਮਝਾਇਆ ਜਾਂਦਾ ਹੈ ਤਾਂ ਆਮ ਤੌਰ ਤੇ। ਪਰ ਜਿਹੜਾ ਅਸੀਂ ਇਹ ਡਿਸਕਸ ਕਰਨਾ ਹੈ ਇਹ ਬਹੁਤ ਵਾਸਟ ਏਰੀਆ ਹੈ। ਅਸੀਂ ਇਸ ਨੂੰ ਉਸ ਢੰਗ ਨਾਲ ਹੀ ਡਿਸਕਸ ਕਰਾਂਗੇ ਜਿਵੇਂ ਤਾਂ ਸਾਡਾ ਕਰਨਾ ਬਣਦਾ। ਆ 20-25 ਮਿੰਟ ਜਿਹੜਾ ਮੇਰਾ ਗਲਾ ਖਰਾਬ ਹੋਇਆ ਉਸ ਤੋਂ ਬਾਅਦ ਹੁਣ ਤੈਨੂੰ ਕੀ ਸਮਝ ਆਇਆ ਉਹ ਆਪਣੀ ਵੇ 'ਚ ਕਮਿਊਨੀਕੇਟ ਕਰਦੇ। ਸਰ ਕਮਿਊਨੀਕੇਸ਼ਨ ਮਤਲਬ ਕਿ ਇੱਕ ਸੋਸ਼ਲ ਪ੍ਰੋਸੈਸ ਆ, ਟੂ ਵੇ ਪ੍ਰੋਸੈਸ ਜਿਹਦੇ 'ਚ ਅਸੀਂ ਇੱਕ ਜਾਂ ਦੋ ਤੋਂ ਵੱਧ ਲੋਕਾਂ ਨੂੰ ਜਿਹੜਾ ਵਾ ਆਪਣੇ ਵਿਚਾਰਾਂ ਦੇ ਥਰੂ, ਆਪਣੇ ਅਨੁਭਵਾਂ ਦੇ ਥਰੂ, ਆਈਡੀਆਸ ਦੇ ਥਰੂ ਜਿਹੜਾ ਕਮਿਊਨੀਕੇਟ ਕਰਦੇ ਆ। ਗੁੱਡ। ਤੇ ਇਹ ਅਸੀਂ ਵਿਚਾਰ ਯੂਨੀਵਰਸਲ ਹੁੰਦੀ, ਕਮਿਊਨੀਕੇਟ ਕਰਦੇ। ਹਾਂਜੀ ਇਹ ਯੂਨੀਵਰਸਲ ਹੁੰਦੀ ਆ। ਯੂਨੀਵਰਸਲ, ਟੂ ਵੇ ਪ੍ਰੋਸੈਸ, ਗੁੱਡ, ਹਾਂਜੀ ਟੂ ਵੇ ਪ੍ਰੋਸੈਸ ਆ, ਕੰਟੀਨਿਊ ਪ੍ਰੋਸੈਸ ਆ, ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਵਾ। ਵੈਰੀ ਗੁੱਡ। ਵਨੀਤਾ ਕਮਿਊਨੀਕੇਸ਼ਨ ਦੇ ਸਮਝ ਆ ਗਿਆ? ਹਾਂਜੀ ਸਰ, ਆ ਹੈਲੋ, ਗਿਆ। ਹਾਂਜੀ ਸਰ, ਆ ਗਿਆ। ਓਕੇ। ਤਾਂ ਅਸੀਂ ਪ੍ਰੋਸੈਸ ਨੂੰ ਡਿਸਕਸ ਕਰਾਂਗੇ। ਇਹ ਥੋੜਾ ਜਿਹਾ ਵਾਸਟ ਹੈ ਕਿਉਂਕਿ ਐਮਐਡ ਦੇ ਲੈਵਲ ਤੇ ਤੁਹਾਡੇ ਕੋਲੋਂ ਬੜੀਆਂ ਸਾਰੀਆਂ ਚੀਜ਼ਾਂ ਨਵੀਆਂ ਡਿਸਕਸ ਕਰਨ ਨੂੰ ਕਹਿੰਦੇ ਆ। ਮੈਂ ਕੋਸ਼ਿਸ਼ ਕਰਦੇ ਹਾਂ ਪ੍ਰੋਸੈਸ। ਮੈਂ ਤੁਹਾਨੂੰ ਹੁਣੇ ਇੱਕ ਦਿਖਾ ਰਿਹਾ ਸੀਗਾ ਕਿ ਪ੍ਰੋਸੈਸ ਆਫ ਕਮਿਊਨੀਕੇਸ਼ਨ, ਇਹ ਤੁਹਾਨੂੰ ਵਿਜ਼ੀਬਲ ਹੈ ਸਕਰੀਨ?
ਪਾਵਰ ਪੁਆਇੰਟ। हाँ जी सर। ਹਾਂ, ਇਹਦੇ ਵਿੱਚ ਤੁਸੀਂ ਪ੍ਰੋਸੈਸ ਦੇਖਿਆ ਹੈ ਤੇ ਪ੍ਰੋਸੈਸ ਦੀਆਂ 6 ਸਟੇजेस ਹੁੰਦੀਆਂ ਨੇ। ਪਹਿਲਾ ਸੋਰਸ ਹੁੰਦਾ ਹੈ, ਸੋਰਸ ਨੂੰ ਸੈਂਡਰ ਆਖਦੇ ਆ। ਸੈਂਡਰ ਕੋਈ ਮੈਸੇਜ ਜਿਹੜਾ ਹੈ ਉਹਨੂੰ ਪਹਿਲਾਂ ਆਪਣੇ ਬ੍ਰੇਨ 'ਚ ਫਰੇਮ ਕਰਦਾ, ਫਿਰ ਉਹਦੀ ਇਨਕੋਡਿੰਗ ਕਰ ਦਿੰਦਾ, ਉਹਨੂੰ ਲਿਖਦਾ ਹੈ, ਉਹਨੂੰ ਸਿੰਬਲਾਈਜ਼ ਕਰਦਾ ਹੈ, ਫਿਰ ਉਹ ਮੈਸੇਜ ਨੂੰ ਕਿਸੇ ਮੀਡੀਆ ਦੇ ਥਰੂ, ਮੋਬਾਈਲ ਦੇ ਥਰੂ, ਕਿਸੇ ਈਮੇਲ ਦੇ ਥਰੂ, ਕਿਸੇ ਰਿਟਨ ਪੇਪਰ ਵਰਕ ਦੇ ਥਰੂ, ਕਿਸੇ ਥਰੂ ਚੈਨਲਾਈਜ਼ ਜਿਹੜਾ ਕਰ ਦਿੰਦਾ ਹੈ। ਔਰ ਉਹ ਜਦੋਂ ਚੈਨਲਾਈਜ਼ ਕਰ ਦਿੱਤਾ ਜਾਂਦਾ ਹੈ ਤਾਂ ਉਹਨੂੰ ਮੈਨੂੰ ਇੱਥੇ ਇਹ ਗਲਤ ਹਮੇਸ਼ਾ ਹੀ ਲੱਗਦਾ ਰਹਿੰਦਾ, ਪਹਿਲਾਂ ਰਿਸੀਵ ਕਰਦਾ ਕੋਈ ਰਿਸੀਵਰ। ਇਸ ਸਟੈਪ 'ਚ ਮੈਨੂੰ ਹਮੇਸ਼ਾ ਗਲਤੀ ਲੱਗਦੀ ਹੈ, ਜਿੱਥੇ ਵੀ ਬੁੱਕਸ 'ਚ ਲਿਖਿਆ ਹੋਇਆ ਐਵੇਂ ਹੀ ਲਿਖਿਆ ਹੋਇਆ, ਪਹਿਲਾਂ ਡੀਕੋਡਿੰਗ ਹੋ ਜਾਂਦੀ ਹੈ। ਪਹਿਲਾਂ ਰਿਸੀਵ ਕਰੇਗਾ, ਫਿਰ ਡੀਕੋਡ ਕਰੇਗਾ। ਜਿਹੜੇ ਕੋਈ ਮੈਸੇਜ ਪਹੁੰਚਿਆ ਹੀ ਨਹੀਂ, ਰਸਤੇ 'ਚ ਥੋੜਾ ਡੀਕੋਡ ਹੋ ਜਾਂਦਾ, ਤਾਂ ਪਹਿਲਾਂ ਰਿਸੀਵ ਕਰ ਲੈਂਦਾ, ਫਿਰ ਉਹਨੂੰ ਡੀਕੋਡ ਕਰਦਾ। ਮਤਲਬ ਉਹਨੂੰ ਆਪਣੀ ਸਮਝ ਦੇ ਅਕੋਰਡਿੰਗ ਜਾਂ ਆਪਣੇ ਵਿਚਾਰਾਂ ਦੇ ਅਕੋਰਡਿੰਗ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਤੇ ਉਹ ਜਿਹੜਾ ਹੈ ਫਿਰ ਜੋ ਉਹਨੂੰ ਸਮਝ ਆਉਂਦੀ ਆ ਉਹਦੀ ਫੀਡਬੈਕ ਭੇਜਦਾ, ਉਹਦਾ ਰਿਸਪੌਂਸ ਭੇਜਦਾ ਜਿਹੜਾ ਉਸਨੂੰ ਭੇਜ ਰਿਹਾ ਹੁੰਦਾ। ਠੀਕ ਹੈ, ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਇੱਕ ਮੈਸੇਜ ਹੈ ਕਿ ਕੋਈ ਇੰਡੀਅਨ ਫਾਦਰ ਆਪਣੇ ਕਿਸੇ ਬ੍ਰਿਟਿਸ਼ਰ ਫਰੈਂਡ ਨੂੰ ਇੱਕ ਲੈਟਰ ਲਿਖ ਕੇ ਭੇਜ ਰਿਹਾ ਹੈ ਆਪਣੀ ਬੇਟੀ ਦੇ ਹੱਥ। ਮਤਲਬ ਉਹ ਇੱਕ ਤਰ੍ਹਾਂ ਨਾਲ ਉਸਦੀ ਕੋਈ ਫੇਵਰ ਸਿਫਾਰਿਸ਼ ਕਰ ਰਿਹਾ ਕਿ ਕਹਿੰਦੇ ਸ਼ੀ ਇਜ਼ ਮਾਈ ਗਰਲ, ਕਾਈਂਡਲੀ help her for getting any residence। ਹੁਣ ਜਿਹੜਾ ਪਰਸਨ ਹੈ, ਫਾਦਰ ਨੇ ਆਪਣੀ ਬੇਟੀ ਦੇ ਫੇਵਰ 'ਚ ਲਿਖ ਕੇ ਆਪਣੇ ਫਰੈਂਡ ਨੂੰ ਦੇ ਦਿੱਤਾ, ਔਰ ਬੇਟੀ ਜਿਹੜੀ ਹੈ ਉਹ ਬ੍ਰਿਟਿਸ਼ ਇੰਡੀਆ ਇੰਗਲੈਂਡ ਟਰੈਵਲ ਕਰਕੇ ਚਲੇ ਜਾਂਦੀ ਹੈ, ਉੱਥੇ ਜਾ ਕੇ ਉਹ ਲੈਟਰ ਦਿੰਦੀ। ਹੁਣ ਕੀ ਹੋਇਆ, ਫਾਦਰ ਨੇ ਇੱਕ ਮੈਸੇਜ ਦੇਣਾ ਸੀ, ਉਹਨੇ ਇਨਕੋਡ ਕੀਤਾ, ਲਿਖ ਦਿੱਤਾ। ਚੈਨਲ ਕੀ ਸੀ, ਡਾਇਰੈਕਟ ਪਰਸਨਲੀ ਮੈਨੂਅਲੀ ਪਹੁੰਚਾਇਆ ਜਾਏਗਾ। रिसीव कौन कर रहा? सो उसके फ्रेंड ने, हाँ, ब्रिटिशर फ्रेंड ने रिसीव किया एंड उसने डीकोड कर लिया। उसको की मैसेज मिलया होगा वनीता? ਲੈਟਰ ਤੋਂ ਉਹਨੇ ਕੀ ਸਮਝਿਆ? ईयर ਲਈ सर या फिर उस ओदी जॉब ਲਈ? मतलब जॉब एक तरफ से आप कह सकते हैं कि उसकी रिस्पांसिबिलिटी उसको दी है अपनी बच्ची हाँ, की। नहीं, उसने ਕੀ ਸਮਝਿਆ ਕਿ ਕੌਣ ਪਰਸਨ ਮੇਰੇ ਕੋਲ ਆਇਆ ਤੇ ਮੈਂ ਕੀ ਕਰਨਾ ਹੈ, ਪਰ ਉਸਦੀ ਉਸਦੇ ਦੋਸਤ ਨਾਲ ਕੀ ਸੰਬੰਧ ਹੈ। ਦੋਨਾਂ ਦੋਸਤ ਦੇ ਵਿੱਚ ਕਮਿਊਨੀਕੇਸ਼ਨ ਹੋ ਰਹੀ ਹੈ। ਇੱਕ ਪਰਸਨ ਉਹ ਲੈਟਰ ਲੈ ਕੇ ਆਇਆ, ਉਹ ਜੋ ਲੈ ਕੇ ਆਇਆ ਲੈਟਰ, ਉਸ ਦਾ ਉਹ ਬ੍ਰਿਟਿਸ਼ਰ ਆਦਮੀ ਦੇ ਫਰੈਂਡ ਨਾਲ ਕੀ ਰਿਲੇਸ਼ਨ, ਉਹਨੇ ਕੀ ਨਵਜੋਤ ਹੈਗੀਆਂ? ਹਾਂਜੀ ਸਰ। ਸਰ ਉਹਨੇ ਇਹੀ ਮੈਸੇਜ ਰਿਸੀਵ ਕੀਤਾ ਕਿ ਜਿਹੜੀ ਗਰਲ ਆਈ ਹੈ ਉਹ ਉਹਦੇ ਫਰੈਂਡ ਦੀ ਬੇਟੀ ਹੈ ਤੇ ਉਹਨੂੰ ਰੈਜ਼ੀਡੈਂਸ ਪ੍ਰੋਵਾਈਡ ਕਰਵਾਉਣਾ ਹੈ। ਓਕੇ, ਟੋਟਲੀ ਰੌਂਗ, ਟੋਟਲੀ ਰੌਂਗ। ਜਦੋਂ ਅਸੀਂ ਮੈਸੇਜ ਕਨਸੀਵ ਕਰਦੇ ਹਾਂ ਜਾਂ ਰਿਸੀਵ ਕਰਦੇ ਹਾਂ ਤਾਂ ਜਿਹੜੀ ਉਹਦੀ ਡੀਕੋਡਿੰਗ ਹੁੰਦੀ ਹੈ ਉਹ ਕਲਚਰਲ ਇਫੈਕਟ ਦੇ ਅੰਡਰ ਹੁੰਦੀ ਹੈ। ਉਹ ਡਾਇਰੈਕਟ ਵਰਡ ਦੇ ਅਕੋਰਡਿੰਗ ਨਹੀਂ ਹੁੰਦੀ ਕਿ ਵਰਡ ਕੀ ਲਿਖਿਆ ਹੈ। ਹੁਣ ਵਰਡ ਦੇ ਵੀ ਕਲਚਰ 'ਚ ਵੇਰੀਏਸ਼ਨਸ ਹੁੰਦੀਆਂ ਨੇ। ਸਾਡੇ ਇੱਥੇ ਇੱਕ ਫਾਦਰ ਲਿਖੇ ਸ਼ੀ ਇਜ਼ ਮਾਈ ਗਰਲ ਤਾਂ ਅਸੀਂ ਸਮਝਦੇ ਉਹਦੀ ਬੇਟੀ ਹੈ, ਪਰ ਜਦੋਂ ਯੂਰਪ 'ਚ ਲਿਖਿਆ ਜਾਵੇ ਸ਼ੀ ਇਜ਼ ਮਾਈ ਗਰਲ, ਦੈਟ ਮੀਨ ਸ਼ੀ ਇਜ਼ ਮਾਈ ਫਿਆਂਸੀ, ਮਾਈ ਲਵ, ਮਾਈ ਗਰਲਫ੍ਰੈਂਡ। ਸਮਝਦੇ ਹੋ? ਤਾਂ ਜੇ ਫਾਦਰ ਨੇ ਯੂਰਪ 'ਚ ਆਪਣੀ ਬੇਟੀ ਨੂੰ ਇੰਟਰੋਡਿਊਸ ਕਰਾਉਣਾ ਤਾਂ ਉਸਨੂੰ ਲਿਖਣਾ ਪਏਗਾ ਸ਼ੀ ਇਜ਼ ਮਾਈ ਡਾਟਰ। ਸ਼ੀ ਇਜ਼ ਮਾਈ ਗਰਲ ਦਾ ਮਤਲਬ ਹੈ ਸ਼ੀ ਇਜ਼ ਮਾਈ ਗਰਲਫ੍ਰੈਂਡ। ਤਾਂ ਜੋ ਉਹਦਾ ਦੋਸਤ ਹੈ ਉਹ ਸਮਝ ਰਿਹਾ ਹੈ ਕਿ ਉਸਦੇ ਦੋਸਤ ਦੀ ਗਰਲਫ੍ਰੈਂਡ ਆਈ ਹੈ ਤੇ ਉਸਨੂੰ ਰੈਜ਼ੀਡੈਂਸ ਦੇਣੀ। ਤਾਂ ਡੀਕੋਡਿੰਗ ਜਿਹੜੀ ਹੈ ਕਲਚਰਲ ਇਫੈਕਟ ਦੇ ਅੰਡਰ ਆਉਂਦੀ ਹੈ ਹਮੇਸ਼ਾ ਹੀ, ਔਰ ਲੈਂਗੁਏਜ ਜਿਹੜੀ ਹੈ ਉਹ ਇੱਕੋ ਹੀ ਸ਼ਬਦ ਅਲੱਗ-ਅਲੱਗ ਕਲਚਰ 'ਚ ਅਲੱਗ-ਅਲੱਗ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਰੱਖਦਾ ਹੈ। ਸੋ ਬੀ ਕੇਅਰਫੁਲ ਵੈਨ ਯੂ ਆਰ ਡੀਕੋਡਿੰਗ ਕਿ ਤੁਹਾਨੂੰ ਇਹ ਆਇਆ ਕਿੱਥੋਂ ਹੈ। ਜੇ ਤੁਹਾਡੇ ਸਿਮਿਲਰ ਕਲਚਰ 'ਚੋਂ ਆਇਆ ਤਾਂ ਉਹਦਾ ਮੀਨਿੰਗ ਜੋ ਤੁਸੀਂ ਸਮਝ ਰਹੇ ਹੋ ਉਹੀ ਹੋਏਗਾ, ਪਰ ਜੋ ਡਿਫਰੈਂਟ ਕਲਚਰ 'ਚੋਂ ਆਇਆ ਹੈ ਤਾਂ ਉਹਦਾ ਮੀਨਿੰਗ ਤੁਹਾਨੂੰ ਉਸ ਕਲਚਰ ਦੇ ਕੰਟੈਕਸਟ 'ਚ ਸਮਝਣਾ ਪਏਗਾ। ਹੁਣ ਕੋਈ ਗੱਲ ਸਮਝ ਆਈ ਮੈਂ ਕੀ ਕਹਿਣਾ ਚਾਹ ਰਿਹਾ ਸੀ? फादर वर्ड यूज होया है तो ऑब्वियसली ਫਾਦਰ ये ਕਿੱਥੇ ਯੂਜ਼ ਹੋਇਆ? ਫਾਦਰ ਕਿੱਥੇ ਯੂਜ਼ नहीं ਹੋਇਆ? ਨਾ, ਸ਼ਬਦ ਹੀ ਨਾ ਸ਼ੀ ਇਜ਼ ਮਾਈ ਗਰਲ, ਕਾਈਂਡਲੀ ਹੈਲਪ ਹਰ ਟੂ ਫਾਈਂਡ ਸੁਟੇਬਲ ਰੈਜ਼ੀਡੈਂਸ। ठीक है। ਠੀਕ ਹੈ ਨਾ, ਇੱਕ ਪਰਸਨ ਦੀ ਰਿਕਮੈਂਡੇਸ਼ਨ ਕਰ ਰਿਹਾ ਹੈ। हाँ ਹਾਂ, हाँ ਉਹ ਦੋਨੋਂ ਪਰਸਨ ਨੂੰ ਪਤਾ ਹੈ ਕਿ ਡਾਟਰ ਫਾਦਰ ਰਿਲੇਸ਼ਨ ਹੈ, ਪਰ ਜਿਹੜਾ ਥਰਡ ਪਰਸਨ ਹੈ
ਉਹ ਤਾਂ ਕਮਿਊਨੀਕੇਟ ਕੀਤੇ ਹੋਏ ਮੈਸੇਜ ਨੂੰ ਡੀਕੋਡ ਕਰ ਰਿਹਾ ਨਾ, ਤਾਂ ਉਹ ਆਪਣੇ ਕਲਚਰਲ ਕੰਟੈਕਸਟ 'ਚ ਕਰ ਰਿਹਾ। ਜਦੋਂ ਕਿ ਇੰਡੀਆ ਦਾ ਕਲਚਰਲ ਕੰਟੈਕਸਟ ਬਦਲ ਗਿਆ ਔਰ ਇੰਗਲੈਂਡ ਦਾ ਕਲਚਰਲ ਕੰਟੈਕਸਟ ਬਦਲ ਗਿਆ, ਤਾਂ ਇਸ ਕਰਕੇ ਡੀਕੋਡਿੰਗ ਦੀ ਕਿਉਂ ਜ਼ਰੂਰਤ ਪੈਂਦੀ ਹੈ, ਡੀਕੋਡਿੰਗ ਕਰਦਿਆਂ ਸਾਡੇ ਕੀ ਕੀ ਲਿਮਿਟੇਸ਼ਨ ਹੁੰਦੀਆਂ ਨੇ, ਇਹ ਜੇਕਰ ਤੁਹਾਨੂੰ ਸਮਝ ਆਉਂਦਾ ਤਾਂ ਕਮਿਊਨੀਕੇਸ਼ਨ ਬੈਟਰ ਹੁੰਦੀ ਹੈ। ਤਾਂ ਇਸ ਚੀਜ਼ ਨੂੰ ਅਸੀਂ ਇੱਥੇ ਸਮਝ ਲੈਂਦੇ ਹਾਂ। ਹੁਣ ਅਸੀਂ ਇਸ ਪ੍ਰੋਸੈਸ ਨੂੰ ਥੋੜਾ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹੀ ਚੀਜ਼ ਜਿਹੜੀਆਂ ਮੈਂ ਹੁਣੇ ਗੱਲ ਕਰ ਰਿਹਾ ਸੀ, ਕਲੀਅਰ ਪਰਸੈਪਸ਼ਨ ਆਫ ਆਈਡੀਆ ਐਂਡ ਪ੍ਰੋਬਲਮਸ। ਜਿਹੜਾ ਇਹ ਪ੍ਰੋਸੈਸ ਹੈ, ਇਹ ਤੁਹਾਡੀ ਪਰਸੈਪਸ਼ਨ ਅਬਾਊਟ ਕਲਚਰ, ਯੂਅਰ ਆਈਡੀਆ ਅਬਾਊਟ ਵਰਡਸ। ਜੇ ਉਹ ਪ੍ਰੋਬਲਮ ਨੂੰ ਨਹੀਂ ਸਮਝਦਾ, ਫਿਰ ਤੁਸੀਂ ਅਸਲ 'ਚ ਡੀਕੋਡਿੰਗ ਨਹੀਂ ਕਰ ਪਾਉਂਦੇ। ਠੀਕ ਹੈ, ਤਾਂ ਇਸ ਕਰਕੇ ਜਦੋਂ ਤੁਸੀਂ ਕੋਈ ਗੱਲ ਨੂੰ ਸਮਝਣਾ ਹੋਵੇ ਤਾਂ ਇਸ ਕੰਟੈਕਸਟ 'ਚ ਸਮਝਣਾ ਹੈ, ਆਈਡੀਆ ਆਇਆ ਕਿੱਥੋਂ। ਕਲਚਰਲ ਜੇ ਸਿਮਿਲੈਰਿਟੀ ਹੈ ਤਾਂ ਸਮਝ ਆਏਗਾ, ਜੇ ਕਲਚਰਲ ਸਿਮਿਲੈਰਿਟੀ ਨਹੀਂ ਹੈ ਫਿਰ ਸਮਝ ਨਹੀਂ ਆਏਗਾ। ਅਗਲੀ ਗੱਲ ਹੈ ਪਾਰਟਿਸਿਪੇਸ਼ਨ ਆਫ ਅਦਰਸ ਇਨਵੋਲਵਡ। ਜਿਹੜੇ ਦੂਸਰੇ ਲੋਕ ਇਨਵੋਲਵ ਹੋਏ ਨੇ ਮੈਸੇਜ ਨੂੰ ਕਮਿਊਨੀਕੇਟ ਕਰਨ 'ਚ, ਠੀਕ ਹੈ, ਜੇ ਉਹ ਆਪਣੇ ਵੱਲੋਂ ਇੰਟਰਵੇਨ ਨਾ ਕਰਨ, ਕਈ ਵਾਰ ਉਹਨਾਂ ਦੀ ਇੰਟਰਵੈਂਸ਼ਨ ਦੀ ਜ਼ਰੂਰਤ ਹੁੰਦੀ ਹੈ, ਕਈ ਵਾਰ ਇੰਟਰਵੈਂਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਮੰਨ ਲਓ ਇੱਕ ਲੈਟਰ ਚਲਾ ਗਿਆ, ਅਸੀਂ ਲੈਟਰ ਪੜ੍ਹ ਲਿਆ, ਉਸਨੇ ਸਮਝ ਲਿਆ ਕਿ ਮੇਰੇ ਦੋਸਤ ਦੀ ਗਰਲਫ੍ਰੈਂਡ ਹੈ, ਤਾਂ ਉਹ ਨੈਚੁਰਲ ਉਸ ਨੂੰ ਕੁਐਸਚਨ ਕਰੇਗਾ, ਰੀਅਲੀ ਯੂ ਆਰ ਗਰਲਫ੍ਰੈਂਡ ਆਫ ਮਾਈ ਫਰੈਂਡ। ਉਹ ਏਜ ਡਿਫਰੈਂਸ ਦੇਖ ਕੇ ਉਹ ਜੇ ਕੁਐਸਚਨ ਕਰੇਗਾ ਤਾਂ ਹੁਣ ਲੜਕੀ ਉਸ ਨੂੰ ਕਲੈਰੀਫਾਈ ਕਰੇਗੀ, ਨੋ ਨੋ ਹੀ ਇਜ਼ ਮਾਈ ਫਾਦਰ। ਤਾਂ ਹੁਣ ਮੈਸੇਜ ਕਲੀਅਰ ਹੋਇਆ, ਜੋ ਪਰਸਨ ਵਿੱਚ ਇਨਵੋਲਵ ਹੁੰਦਾ ਹੈ ਉਸ ਦੀ ਕਈ ਵਾਰ ਜ਼ਰੂਰਤ ਪੈਂਦੀ ਹੈ, ਕਈ ਵਾਰ ਜ਼ਰੂਰਤ ਨਹੀਂ ਪੈਂਦੀ, ਔਰ ਇਹ ਡਿਪੈਂਡ ਕਰਦਾ ਹੈ ਕਿ ਕਮਿਊਨੀਕੇਸ਼ਨ ਕਿੰਨੀ ਕਲੈਰਿਟੀ ਨਾਲ ਕੀਤੀ ਗਈ ਹੈ। ਕਈ ਵਾਰ ਤੁਹਾਨੂੰ ਐਕਸਪਲੇਨੇਸ਼ਨ ਦੀ ਜ਼ਰੂਰਤ ਪੈਂਦੀ ਹੈ, ਕਈ ਵਾਰ ਨਹੀਂ ਪੈਂਦੀ। ਗੱਲ ਸਮਝ ਆ ਰਹੀ ਹੈ? ਜਦੋਂ ਅਸੀਂ ਟ੍ਰਾਂਸਮਿਸ਼ਨ ਕਰਦੇ ਹਾਂ ਤਾਂ ਉਦੋਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਟੂ whom when how are expected to be decided before actually transmission of the message। ਪਹਿਲਾਂ ਤਾਂ ਇਹ ਦੇਖਣਾ ਹੈ ਕਿ ਕੀ ਕਮਿਊਨੀਕੇਟ ਕਰਨਾ। ਹੁਣੇ ਗੱਲ ਕਰ ਰਿਹਾ ਸੀ ਕਿ ਕਲਚਰਲ ਕੰਟੈਕਸਟ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਵੀ ਮੈਂ ਕੀ ਲਿਖ ਰਿਹਾ, ਜੇ ਉਸ ਨੂੰ ਇੰਨਾ ਸਮਝ ਹੁੰਦਾ ਵੀ ਇੰਗਲੈਂਡ ਦੇ ਕਿਸੇ ਵਿਅਕਤੀ ਨੂੰ ਮੈਂ ਲਿਖ ਰਿਹਾ ਤਾਂ ਮੇਰਾ ਇਹ ਵਰਡ ਜਿਹੜਾ ਹੈ ਇਹ ਐਪਰੋਪ੍ਰੀਏਟ ਨਹੀਂ ਹੈ, ਇਟ ਮਾਈਟ ਬੀ ਇਨਸਲਟਿੰਗ ਫॉर ਮਾਈ ਡਾਟਰ, ਤਾਂ ਉਹ ਸ਼ਾਇਦ ਸੂਟੇਬਲ ਵਰਡ ਲੱਭ ਲੈਂਦਾ, ਜਾਂ ਉਹ ਉਸ ਕੰਟੈਕਸਟ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਉਸ ਕਲਚਰ ਤੋਂ ਕੋਈ ਵਰਡ ਲੈਂਦਾ, ਜਾਂ ਉਹ ਥੋੜਾ ਹੋਰ ਪਾਰਟਿਕੂਲਰ ਹੋ ਕੇ ਉਹ ਡਾਟਰ ਸ਼ਬਦ ਹੀ ਲਿਖਦਾ ਗਰਲ ਲਿਖਣ ਦੀ ਬਜਾਏ, ਤਾਂ ਕਿ ਰਿਲੇਸ਼ਨ 'ਚ ਕੋਈ ਕਨਫਿਊਜ਼ਨ ਨਾ ਹੋਵੇ। ਬਟ ਟੂ ਕਮਿਊਨੀਕੇਟ ਯੂ ਸ਼ੁੱਡ ਬੀ ਕਲੀਅਰ ਅਬਾਊਟ ਟੂ whom you should be clear about ਕਿ ਉਹ ਤੁਹਾਡੇ ਕਲਚਰ ਤੋਂ ਹੈ, ਤੁਹਾਡੀ ਲੈਂਗੁਏਜ ਨੂੰ ਸਮਝਦਾ, ਜਾਂ ਉਹ ਅਦਰ ਕਲਚਰ ਤੋਂ ਹੈ, ਤੇ ਲੈਂਗੁਏਜ ਬੈਰੀਅਰ ਆਏਗਾ। ਔਰ ਲੈਂਗੁਏਜ ਬੈਰੀਅਰ ਦੇ ਨਾਲ ਨਾਲ ਉੱਥੇ ਕਲਚਰਲ ਇੰਪੈਕਟ ਵੀ ਆਏਗਾ, ਔਰ ਜੋ ਤੁਸੀਂ ਕਨਵੇ ਕਰ ਰਹੇ ਹੋ ਉਹਦੀ ਇੰਟਰਪ੍ਰੀਟੇਸ਼ਨ ਮਿਸ ਹੋ ਸਕਦੀ ਹੈ, ਜਾਂ ਉਹਦੀ ਇੰਟਰਪ੍ਰੀਟੇਸ਼ਨ ਕਿਸੇ ਹੋਰ ਕੰਟੈਕਸਟ ਹੋ ਸਕਦੀ ਹੈ। ਵੈਨ, ਕਦੋਂ, ਐਂਡ ਹਾਊ, ਇਹ ਸਾਨੂੰ ਪਹਿਲਾਂ ਡਿਸਾਈਡ ਕਰਨਾ ਪਏਗਾ। ਠੀਕ ਹੈ, ਤਾਂ ਟ੍ਰਾਂਸਮਿਸ਼ਨ ਜਿਹੜੀ ਹੈ, preparing the matter and the form of communication and selecting the media, keeping in view the nature of the person and the group to whom you are going to address। ਤਾਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਮੈਸੇਜ ਦੇਣ ਜਾ ਰਹੇ ਹੋ ਉਹ ਕੌਣ ਨੇ, ਉਹਨਾਂ ਦਾ ਕੰਟੈਕਸਟ ਕੀ ਹੈ। ਖਾਸ ਤੌਰ ਤੇ ਉਦੋਂ ਹੁੰਦਾ ਜਦੋਂ ਤੁਸੀਂ MNC 'ਚ ਕੰਮ ਕਰਦੇ ਹੋ, ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਇੰਸਟੀਚਿਊਟ 'ਚ ਕੰਮ ਕਰਦੇ ਹੋ ਜਿੱਥੇ ਮਲਟੀ ਕਲਚਰਲ ਸਟੇਕ ਹੋਲਡਰ ਹੈ। ਜਿਵੇਂ ਤੁਸੀਂ ਲਵਲੀ ਯੂਨੀਵਰਸਿਟੀ 'ਚ ਪੜ੍ਹਾਉਣਾ ਹੋਵੇ ਤਾਂ ਉੱਥੇ ਤੁਹਾਡੇ ਕੋਲ ਅਫਰੀਕਨ ਕੰਟਰੀਜ਼ ਦੇ ਸਟੂਡੈਂਟਸ ਵੀ ਹੋਣਗੇ, ਉੱਥੇ ਤੁਹਾਡੇ ਕੋਲ ਕਿਸੇ ਏਸ਼ੀਆ ਦੇ ਹੋਰ ਕੰਟਰੀ 'ਚੋਂ ਆਏ ਹੋਏ ਲੋਕ ਵੀ ਹੋਣਗੇ, ਨੇਪਾਲ ਦੇ ਹੋਣਗੇ, ਬੰਗਲਾਦੇਸ਼ ਦੇ ਹੋਣਗੇ, ਵਗੈਰਾ ਵਗੈਰਾ। ਤਾਂ ਉੱਥੇ ਕੰਟੈਕਸਟ ਬਦਲਦੇ ਨੇ, ਤਾਂ ਉੱਥੇ ਤੁਹਾਨੂੰ ਯੂ ਹੈਵ ਟੂ ਬੀ ਪਾਰਟਿਕੂਲਰ, ਤਾਂ ਤੁਹਾਨੂੰ ਇਹ ਸਮਝਣਾ ਪਏਗਾ। ਮੋਟੀਵੇਟਿੰਗ ਦ ਰਿਸੀਵਰਸ ਆਫ ਦ ਮੈਸੇਜ, ਉਹ ਕਹਿੰਦੇ ਕਿ ਕਮਿਊਨੀਕੇਸ਼ਨ ਕਾਂਟ ਡਿਪੈਂਡ ਔਨ ਦ ਮੈਸੇਜ ਅਲੋਨ। ਸਿਰਫ ਇਸੇ ਚੀਜ਼ ਤੇ ਹੀ ਨਹੀਂ ਕਮਿਊਨੀਕੇਸ਼ਨ ਇਫੈਕਟਿਵ ਹੋ ਜਾਂਦੀ ਕਿ ਤੁਸੀਂ ਲਿਖ ਦਿੱਤਾ ਜਾਂ ਤੁਸੀਂ ਬੋਲ ਦਿੱਤਾ। ਅਸੀਂ ਅਸਲ 'ਚ ਉਹ ਸਪੀਕਰ ਹਮੇਸ਼ਾ ਬੈਟਰ ਜਿਹੜਾ ਹੈ ਕਮਿਊਨੀਕੇਟ ਕਰ ਪਾਉਂਦਾ ਜਿਹੜਾ ਇਨਵੋਲਵ ਕਰਦਾ ਲੋਕਾਂ ਨੂੰ ਆਪਣੇ ਵਿੱਚ। ਮੋਦੀ ਜੀ ਦੀ ਪਪੂਲੈਰਿਟੀ ਚਾਹ ਵੇਚਣ ਵਾਲੇ ਤੋਂ 2 ਵਾਰ ਪ੍ਰਧਾਨ ਮੰਤਰੀ ਬਣ ਜਾਣ 'ਚ ਸਿਰਫ ਇੱਕੋ ਹੀ ਆਰਟ ਹੈ कि वो हर टाइम लोगों को इन्वॉल्व करता है। आप बताइए भाई और बहनों, ਉਹਦਾ ਮਤਲਬ ਕੀ ਹੈ
ਕਿ ਲੋਕ ਆਈਡਲ ਹੋ ਕੇ ਨਾ ਬੈਠ ਜਾਣ, ਉਹ ਮੇਰੇ ਨਾਲ ਇੰਟਰੈਕਟ, ਮੈਂ ਉਹਨਾਂ ਨਾਲ ਇੰਟਰੈਕਟ ਕਰਦਾ ਦਿਸਾਂ ਤੇ ਉਹ ਮੈਨੂੰ ਰਿਸਪੌਂਡ ਕਰਦੇ ਦਿਸਣ। ਤਾਂ ਇਹ ਜ਼ਰੂਰੀ ਹੈ ਕਿ ਜਿਹਨੂੰ ਰਿਸੀਵ ਕਰ ਰਿਹਾ ਜਿਹੜਾ, ਅਸੀਂ ਉਸ ਨੂੰ ਉਹਦੇ ਵਿੱਚ ਇਨਵੋਲਵ ਕਰ ਸਕੀਏ। ਇਹ ਬਹੁਤ ਜ਼ਰੂਰੀ ਹੈ। ਅਵੈਲੂਏਸ਼ਨ ਆਫ ਦਾ ਇਫੈਕਟਿਵ ਕਮਿਊਨੀਕੇਸ਼ਨ ਤੇ ਕਰਕੇ ਤੁਸੀਂ ਆਪਣੇ ਵੱਲੋਂ ਇੰਸ਼ੋਰ ਹੋ ਜਾਓ ਕਿ ਬਸ ਮੈਂ ਲਿਖ ਦਿੱਤਾ ਠੀਕ ਗਿਆ ਹੋਏਗਾ, ਔਰ ਜੋ ਰਿਸੀਵ ਕਰ ਰਿਹਾ ਹੈ ਉਸਨੇ ਕੀ ਰਿਸੀਵ ਕੀਤਾ, ਇਹ ਡਿਪੈਂਡ ਕਰਦਾ ਹੈ ਕਿ ਉਹਦਾ ਕਲਚਰ ਕੀ ਸੀਗਾ, ਉਹਦਾ ਕੰਟੈਕਸਟ ਕੀ ਸੀਗਾ। ਤਾਂ ਉਹਦੀ ਇਫੈਕਟਿਵ ਕਮਿਊਨੀਕੇਸ਼ਨ ਨੂੰ ਚੈੱਕ ਕਰ ਲੈਣਾ ਚਾਹੀਦਾ ਕਿ ਜੋ ਮੈਂ ਮੈਸੇਜ ਲਿਖਿਆ ਸੀ ਉਹੀ ਮਿਲਿਆ